ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਵੀਕਐਂਡ ਤੋਂ ਬਾਅਦ ਮਿਲਿਆ ਤਾਂ ਨੋ ਡਾਊਟ ਵੀਕਐਂਡ ਦੇ ਵਿੱਚ ਬਹੁਤ ਸਾਰੀਆਂ ਅਪਡੇਟਸ ਨੇ ਉਹ ਪਹੁੰਚ ਚੁੱਕੀਆਂ ਹੋਣਗੀਆਂ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਅਪਡੇਟ ਜ਼ਾਹਿਰ ਜਿਹੀ ਗੱਲ ਹੈ ਪੰਜਾਬ ਦੇ ਵਿੱਚ ਅੱਜ ਕੱਲ੍ਹ ਸਾਡੇ ਸਾਰਿਆਂ ਦਾ ਧਿਆਨ ਰਹਿੰਦਾ ਵੀ ਪੰਜਾਬ ਇਲੈਕਸ਼ਨਸ ਦੇ ਵਿੱਚ ਹੋਣ ਕੀ ਜਾ ਰਿਹਾ। ਸੋ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਚੋਣਾਂ ਦੀ ਜਿਹੜੀ ਤਰੀਕ ਹੈ ਉਹ ਅੱਗੇ ਪਿੱਛੇ ਹੋ ਚੁੱਕੀ ਹੈ। 14 ਫਰਵਰੀ ਦੀ ਥਾਂ ਦੇ ਉੱਤੇ ਹੁਣ 20 ਤਰੀਕ ਨੂੰ ਇਲੈਕਸ਼ਨਸ ਜਿਹੜੇ ਨੇ ਉਹ ਪੰਜਾਬ 'ਚ ਹੋਣ ਜਾ ਰਹੇ ਨੇ। ਇਸ ਤੋਂ ਇਲਾਵਾ ਹੋਰ ਕੀ ਅਪਡਾਊਨਸ ਚੱਲ ਰਹੇ ਨੇ, ਕੀ ਅਨਾਊਂਸਮੈਂਟਾਂ ਹੋ ਰਹੀਆਂ ਨੇ, ਕੀ ਚੱਲਦਾ ਹੈ, ਲਗਾਤਾਰ ਅਸੀਂ ਉਸ ਦੇ ਉੱਤੇ ਡਿਸਕਸ ਜਿਹੜਾ ਉਹ ਕਰਦੇ ਰਹਿੰਦੇ ਹਾਂ ਅਤੇ ਕਰਦੇ ਵੀ ਰਹਾਂਗੇ। ਪਲ ਪਲ ਦੀ ਜਿਹੜੀ ਸਰਗਰਮੀਆਂ ਹੈ ਪੰਜਾਬ ਨੂੰ ਰਿਲੇਟਿਡ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸ਼ੋਅ ਦੇ ਵਿੱਚ ਅੱਜ ਗੱਲ ਕਰਾਂਗੇ ਰੀਅਲਟਰਸ ਦੀ ਦੁਨੀਆ ਦੀ। ਰੀਅਲ ਇਸਟੇਟ ਦੀ ਦੁਨੀਆ ਕਹਿੰਦੇ ਨੇ ਪੰਜਾਬੀਆਂ ਨੂੰ ਬੜੀ ਫਲਦੀ ਫੁੱਲਦੀ ਹੈ ਔਰ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਰੀਅਲ ਇਸਟੇਟ ਦੀ ਦੁਨੀਆ ਦੇ ਵਿੱਚ ਕਾਮਯਾਬ ਵੀ ਹੋਏ ਨੇ। ਇਸੇ ਕਾਮਯਾਬੀ ਦੀ ਅਸੀਂ ਗੱਲ ਕਰਾਂਗੇ। ਹਾਲ ਹੀ ਦੇ ਵਿੱਚ ਫਰੇਜ਼ਰ ਵੈਲੀ ਰੀਅਲ ਇਸਟੇਟ ਬੋਰਡ ਜਿਹੜਾ ਹੈ ਕਾਫੀ ਪੁਰਾਣਾ ਹੈਗਾ ਅਤੇ 100 ਸਾਲ ਹੁਣ ਪੂਰੇ ਹੋ ਚੁੱਕੀ ਹੈ। 4000 ਦੇ ਕਰੀਬ ਜਿਹੜੇ ਨੇ ਇਹਦੇ ਵਿੱਚ ਮੁੱਖ ਤੌਰ 'ਤੇ ਕਹਿ ਸਕਦੇ ਹਾਂ ਕਿ ਜਿਹੜੇ ਵੱਧ ਐਕਟਿਵ ਉਹ ਰੀਅਲਟਰਸ ਹੁੰਦੇ ਨੇ ਅਤੇ ਹਰ ਸਾਲ ਜਿਹੜੇ ਚੋਣਵੇਂ ਰੀਅਲਟਰਸ ਹੁੰਦੇ ਨੇ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਾਈਐਸਟ ਸੇਲ ਅਚੀਵਮੈਂਟ ਅਵਾਰਡ ਦੇ ਨਾਲ ਨਵਾਜ਼ਿਆ ਜਾਂਦਾ ਹੈ। 2021 ਦੇ ਵਿੱਚ ਇਸ ਅਵਾਰਡ ਦੇ ਲਈ ਜਿਨ੍ਹਾਂ ਦਾ ਨਾਮ ਐਲਾਨ ਕੀਤਾ ਗਿਆ, ਜਿਨ੍ਹਾਂ ਦਾ ਨਾਮ ਸ਼ਾਮਿਲ ਹੋਇਆ ਉਹ ਹੈ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ। ਗੁਰਵਿੰਦਰ ਸਿੰਘ ਧਾਲੀਵਾਲ ਹਮੇਸ਼ਾ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਨੇ, ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ। ਅੱਜ ਗੁਰਵਿੰਦਰ ਸਿੰਘ ਧਾਲੀਵਾਲ ਦੇ ਨਾਲ ਇਸ ਮੁਤਲਕ ਹੀ ਅਸੀਂ ਗੱਲਬਾਤ ਕਰਾਂਗੇ ਕਿ ਰੀਅਲ ਇਸਟੇਟ ਦੀ ਦੁਨੀਆ ਜਿਹੜੀ ਹੈ ਉਹ ਪੰਜਾਬੀਆਂ ਨੂੰ ਕਿਵੇਂ ਫਲਦੀ ਫੁੱਲਦੀ ਹੈ ਅਤੇ ਇਸ ਦੇ ਵਿੱਚ ਕਿਹੜੇ ਨੁਕਤਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿਹੜੇ ਅਚੀਵਮੈਂਟ ਅਵਾਰਡਸ ਹੁੰਦੇ ਨੇ ਉਹਨਾਂ ਵਾਸਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿਵੇਂ ਚੋਣ ਹੁੰਦੀ ਹੈ ਆਲ ਓਵਰ। ਸੋ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਇਸ ਦੁਨੀਆ ਦੇ ਨਾਲ ਜੁੜੇ ਲੋਕ ਨੇ ਜਾਂ ਜਿਹੜੇ ਜਾਣਨਾ ਚਾਹੁੰਦੇ ਨੇ ਜਾਂ ਜਿਹੜੇ ਨਵੇਂ ਵੀ ਇਸ ਬਾਰੇ ਸੋਚ ਰਹੇ ਨੇ ਕਿ ਰੀਅਲਟਰ ਦੀ ਦੁਨੀਆ ਦੇ ਵਿੱਚ ਅਸੀਂ ਵੀ ਆਉਣਾ ਚਾਹੁੰਦੇ ਹਾਂ, ਉਹ ਜੇ ਕਾਲ ਕਰਨਾ ਚਾਹੁੰਦੇ ਨੇ, ਕੋਈ ਸੁਝਾਅ ਲੈਣਾ ਚਾਹੁੰਦੇ ਨੇ ਤਾਂ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਡੇ ਕਾਲ ਪਿਕ ਕੀਤੀਆਂ ਜਾਣਗੀਆਂ। ਜਿਹੜੇ ਫੇਸਬੁੱਕ 'ਤੇ ਦਰਸ਼ਕ ਨਾਲ ਜੁੜਦੇ ਨੇ ਉਹ ਫੇਸਬੁੱਕ ਦੇ ਉੱਤੇ ਆਪਣਾ ਮੈਸੇਜ ਕਰ ਸਕਦੇ ਨੇ। ਫੇਸਬੁੱਕ 'ਤੇ ਵੀ ਅਸੀਂ ਨਾਲ ਦੀ ਨਾਲ ਤੁਹਾਡੇ ਸਵਾਲ ਜਿਹੜੇ ਨੇ ਉਹ ਪੜ੍ਹਦੇ ਰਵਾਂਗੇ। ਸੋ ਡਾਕਟਰ ਗੁਰਵਿੰਦਰ ਧਾਲੀਵਾਲ ਜੀ ਜੁੜੇ ਹੋਏ ਨੇ, ਮੀਡੀਆ ਪਰਸਨ ਵੀ ਨੇ, ਨਾਲ ਦੀ ਨਾਲ ਇਸ ਦੁਨੀਆ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਗੁਰਵਿੰਦਰ ਧਾਲੀਵਾਲ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਸ਼ੁਕਰੀਆ ਸ਼ੈਰੀ ਜੀ, ਤੁਹਾਨੂੰ ਵਧਾਈ। ਲਗਾਤਾਰ ਤੁਹਾਡਾ ਸ਼ੋਅ ਦੇਖੀਦਾ ਅਤੇ ਅੱਜ ਪਹਿਲੀ ਵਾਰੀ ਸ਼ਾਮਲ ਹੋਏ ਹਾਂ। ਬਹੁਤ ਸ਼ੁਕਰੀਆ ਸਮੂਹ ਦਰਸ਼ਕਾਂ ਨੂੰ, ਜੀ ਆਇਆਂ ਨੂੰ, ਧੰਨਵਾਦ ਜੀ। ਗੁਰਵਿੰਦਰ ਧਾਲੀਵਾਲ ਜੀ, ਪਹਿਲਾਂ ਤਾਂ ਇਹ ਦੱਸ ਦਿਓ ਵੀ ਅੱਜ ਜਿਹੜੇ ਸਾਡੇ ਨਾਲ ਬੈਠੇ ਹੋਏ ਨੇ ਔਰ ਦਰਸ਼ਕਾਂ ਦੇ ਮੁਖਾਤਿਬ ਹੋਣ ਜਾ ਰਹੇ ਨੇ ਉਹ ਮੀਡੀਆ ਪਰਸਨ ਨੇ ਜਾਂ ਫਿਰ ਰੀਅਲਟਰ ਨੇ? ਵੈਸੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਇੱਕੋ ਥਾਂ 'ਤੇ ਦੋ ਚੀਜ਼ਾਂ ਵਿਚਰਦੀਆਂ, ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਮੀਡੀਆ ਮੇਰੇ ਲਈ ਪੈਸ਼ਨ ਹੈ, ਇੱਕ ਚਾਅ ਹੈ ਜਿਹੜਾ ਕਿ ਬਿਲਕੁਲ ਰੋਮ ਰੋਮ 'ਚ ਸਮਾਇਆ ਹੋਇਆ, ਅਤੇ ਰੀਅਲ ਸਟੇਟ ਮੇਰੇ ਲਈ ਪ੍ਰੋਫੈਸ਼ਨ ਹੈ, ਪਰ ਉਹਨੂੰ ਪ੍ਰੋਫੈਸ਼ਨ ਨੂੰ ਵੀ ਇੱਕ ਪੈਸ਼ਨ ਦੇ ਤੌਰ 'ਤੇ ਮੈਂ ਵਰਤ ਰਿਹਾ। ਸੋ ਦੋਨੇ ਨਾਲੋਂ ਨਾਲ ਚੱਲਣਗੇ, ਪਰ ਹਾਂ ਖਾਸ ਗੱਲ ਜਿਹੜੀ ਹੈ ਰੀਅਲ ਸਟੇਟ ਨਾਲ ਸੰਬੰਧਿਤ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅੱਜ ਰੂਪ ਰੇਖਾ ਵੀ ਇਸ ਤਰ੍ਹਾਂ ਦੀ ਹੈ, ਪਰ ਜਿਹੜੀ ਵੀ ਗੱਲ ਤੁਸੀਂ ਕਰੋਗੇ ਉਹ ਨਾਲੋਂ ਨਾਲ ਸਾਂਝੀ ਕਰਾਂਗੇ। ਬਿਲਕੁਲ। ਗੁਰਵਿੰਦਰ ਧਾਲੀਵਾਲ ਜੀ, ਲੋਕ ਐਜ਼ ਅ ਪੱਤਰਕਾਰ ਤੁਹਾਨੂੰ ਜਾਣਦੇ ਨੇ, ਐਜ਼ ਅ ਰੀਅਲਟਰ ਵੀ ਜਾਣਦੇ ਨੇ। ਰੀਅਲਟਰ ਦੀ ਜਿਹੜੀ ਦੁਨੀਆ ਹੈ ਇਹ ਬੜੀ ਹੀ ਜ਼ਿਆਦਾ ਕਹਿੰਦੇ ਪੰਜਾਬੀਆਂ ਨੂੰ ਬਹੁਤ ਫਲਦੀ ਫੁੱਲਦੀ ਹੈ, ਪੰਜਾਬੀ ਬਹੁਤ ਇਹ 'ਚ ਸ਼ਾਮਿਲ ਹੁੰਦੇ ਨੇ। ਤੁਹਾਡੇ ਸਫ਼ਰ ਦੀ ਇੱਥੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ, ਉਸ ਤੋਂ ਬਾਅਦ ਹੋਰ ਨੁਕਤਿਆਂ 'ਤੇ ਅਸੀਂ ਗੱਲ ਕਰਾਂਗੇ। ਤੁਹਾਡਾ ਸਫ਼ਰ ਆਉਣਾ ਔਰ ਸਭ ਤੋਂ ਪਹਿਲਾਂ ਤਾਂ ਕੰਗਰੈਚੁਲੇਸ਼ਨਸ, 2021 ਦੇ ਵਿੱਚ ਤੁਹਾਡਾ ਜਿਹੜਾ ਨਾਮ ਹੈ ਉਹਦਾ ਐਲਾਨ ਹੋ ਚੁੱਕਿਆ। ਇਸ ਨਾਮ ਤੱਕ ਆਉਣਾ, ਇਹ ਅਚੀਵਮੈਂਟ ਅਵਾਰਡ ਦੇ ਲਈ ਸ਼ਾਮਿਲ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਸੋ ਅਸੀਂ ਇਹ ਜਾਣਨਾ ਚਾਹਾਂਗੇ ਗੁਰਵਿੰਦਰ ਧਾਲੀਵਾਲ ਜੀ, ਇਹਦੇ ਪਿੱਛੇ ਦੇ ਕਿਹੜੇ ਰਾਜ਼ ਹੈ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਿਆ ਅਤੇ ਅਚੀਵਮੈਂਟ ਅਵਾਰਡ ਦੇ ਲਈ ਤੁਹਾਡਾ ਨਾਮ ਸ਼ਾਮਿਲ ਹੋਇਆ? ਬਹੁਤ ਸ਼ੁਕਰੀਆ ਇਹਨਾਂ ਮਾਣ ਸਤਿਕਾਰ ਦੇਣ ਲਈ, ਧੰਨਵਾਦ। ਦਰਅਸਲ ਕੋਈ ਵੀ ਖੇਤਰ ਜਦੋਂ ਅਸੀਂ ਚੁਣਦੇ ਹਾਂ, ਪਹਿਲਾਂ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਉਸ ਖੇਤਰ ਦੀ ਮਹੱਤਤਾ ਦਾ ਤੁਹਾਨੂੰ ਪਤਾ ਹੋਵੇ ਕਿ ਉਸ ਦੀ ਵੈਲਿਊ ਕੀ ਹੈ। ਰੀਅਲ ਸਟੇਟ ਇੱਕ ਐਸਾ ਖੇਤਰ ਹੈ ਜਿਸ ਖੇਤਰ ਦੇ ਵਿੱਚ ਤੁਸੀਂ ਸੈਲਫ ਇੰਪਲਾਇਡ ਵੀ ਹੋ, ਆਪਣੇ ਮਾਲਕ ਆਪ ਹੋ, ਤੁਸੀਂ ਇੱਕ ਰੀਅਲਟਰ ਦੇ ਤੌਰ 'ਤੇ ਕੰਮ ਕਰਦੇ ਹੋ, ਤੁਹਾਡੇ ਅੰਦਰ ਇੱਕ ਚਾਅ ਹੋਵੇ ਪਰ ਤੁਹਾਨੂੰ ਕੋਈ ਬੰਦਿਸ਼ ਨਹੀਂ ਹੈ, ਕਿਸੇ ਦੇ ਅਧੀਨ ਨਹੀਂ। ਸੋ ਆਪਣਾ ਹੀ ਤੁਹਾਡਾ ਜਿਹੜਾ ਇੱਕ ਪੂਰਾ ਕਾਰੋਬਾਰ ਹੁੰਦਾ ਪਸਾਰਾ। ਸੋ ਬਾਹਾਂ ਖੁੱਲ੍ਹੀਆਂ ਹੁੰਦੀਆਂ ਤੁਹਾਡੀਆਂ ਆਕਾਸ਼ ਖੁੱਲ੍ਹਾ ਉੱਡਣ ਲਈ, ਪਰ ਉਹਦੇ ਵਿੱਚ ਕਾਮਯਾਬੀ ਕਿਵੇਂ ਮਿਲਦੀ ਹੈ ਉਹਦਾ ਇੱਕ ਸਫ਼ਰ ਜਿਹੜਾ ਮੇਰਾ ਆਪਣਾ ਹੈ, ਮੈਂ ਕਹਿ ਸਕਦਾ। ਸੰਨ 1999 'ਚ ਮੀਡੀਆ ਤੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਬਤੌਰ ਰੇਡੀਓ ਹੋਸਟ ਤੋਂ ਬਾਅਦ ਫਿਰ ਵੱਖ-ਵੱਖ ਚੈਨਲਸ, ਰੇਡੀਓ, ਅਖਬਾਰ। ਪਰ 2008 ਦੀ ਗੱਲ ਹੈ ਕਿ ਮੈਂ ਇੱਕ ਸਾਡੇ ਮਿੱਤਰ ਨੇ ਉਪਕਾਰ ਸਿੰਘ ਜੀ ਕੋਲ, ਬੜੇ ਅੱਛੇ ਮਿੱਤਰ ਨੇ, ਉਹਨਾਂ ਕੋਲ
ਇੱਕ ਟੈਲੀਵਿਜ਼ਨ ਦੀ ਰੇਡੀਓ ਦੀ ਐਡ ਵਾਸਤੇ ਮੈਂ ਗਿਆ ਤੇ ਉਹਨਾਂ ਨੇ ਬੜੇ ਸਤਿਕਾਰ ਨਾਲ ਬਿਠਾਇਆ, ਮਾਣ ਕਰਦੇ ਸੀ, ਕਹਿੰਦੇ ਆ ਫਾਰਮ ਤੇ ਵੀ ਸਾਈਨ ਕਰੋ ਤੇ ਤੁਸੀਂ ਰੀਅਲ ਸਟੇਟ ਦਾ ਕੋਰਸ ਕਰੋ। ਮੈਂ ਕਿਹਾ ਵੀ ਸਾਡਾ ਸਾਹਿਤਕਾਰ ਲਿਟਰੇਚਰ ਵਾਲੇ ਬੰਦੇ ਆ ਸ਼ੁਰੂ ਤੋਂ, ਤੇ ਇਹ ਫੀਲ ਨਹੀਂ, ਇਹ ਤਾਂ ਬੜਾ ਟੇਢਾ ਜਿਹਾ ਖੇਤਰ ਹੋਏਗਾ ਜਿਵੇਂ ਕਿ ਮੈਂ ਵੀ ਸੋਚਦਾ ਸੀ। ਤੇ ਉਹ ਕਹਿੰਦੇ ਨਹੀਂ ਤੁਸੀਂ ਫਿਕਰ ਨਾ ਕਰੋ, ਮੈਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਇਸ ਦੇ ਵਿੱਚ ਕੁਝ ਹਾਸਲ ਕਰ ਲੈਣਾ। ਤੇ ਖੈਰ ਉਹਨਾਂ ਨੇ ਉਤਸ਼ਾਹ ਦਿੱਤਾ, ਪਰਿਵਾਰ ਨੇ ਸਹਿਯੋਗ ਦਿੱਤਾ, ਮੈਂ ਇਸ ਖੇਤਰ ਦੇ ਵਿੱਚ 2008 ਦੇ ਵਿੱਚ ਆ ਗਿਆ। ਪਰ ਮੇਰਾ ਜ਼ਿਆਦਾ ਧਿਆਨ ਫਿਰ ਵੀ ਮੀਡੀਆ ਵੱਲ ਹੀ ਰਿਹਾ ਤੇ ਮੈਂ ਬਹੁਤਾ ਜ਼ਿਆਦਾ ਇੱਧਰਲੇ ਪਾਸੇ ਸਮਾਂ ਵੀ ਨਾ ਕੱਢਿਆ ਤੇ ਇਸ ਨੂੰ ਪਾਰਟ ਟਾਈਮ ਲਿਆ। ਇਹ ਮੈਂ ਤਾਂ ਕਰਕੇ ਦੱਸਣਾ ਚਾਹਾਂਗਾ, ਬਹੁਤ ਸਾਰੇ ਸਾਡੇ ਸਾਥੀ ਮਿੱਤਰ ਦੋਸਤ ਕਈ ਵਾਰ ਕਹਿੰਦੇ ਨੇ ਕਿ ਪਾਰਟ ਟਾਈਮ ਜ਼ਿੰਦਗੀ 'ਚ ਕਿਸੇ ਵੀ ਚੀਜ਼ ਨੂੰ ਲੈ ਲਿਆ ਤਾਂ ਉਹ ਬਹੁਤ ਵੱਡੀ ਗਲਤੀ ਹੈ। ਹਰੇਕ ਚੀਜ਼ ਨੂੰ ਫੁੱਲ ਟਾਈਮ ਹੀ ਸੋਚੋ, ਭਾਵ ਤੁਹਾਡੇ ਮਨ ਦੇ ਵਿੱਚ ਲਗਾਤਾਰ ਕਾਇਮ ਰਵੇ, ਜਾਂ ਉਹ ਨਹੀਂ ਕਿ ਕਦੇ ਮੈਂ ਉਹਨੂੰ ਮੰਨ ਲਿਆ ਕਦੇ ਨਹੀਂ। ਸੋ ਪਾਰਟ ਟਾਈਮ ਸ਼ਬਦ ਬੜਾ ਰਿਸਕੀ ਜਿਹਾ ਹੈ। ਤੇ ਉਸ ਤੋਂ ਬਾਅਦ 2012 ਤੱਕ ਮੈਂ ਆਪਣੇ ਥੀਸਿਸ ਜਿਹੜਾ ਸਬਮਿਟ ਕਰਾਇਆ PhD ਦਾ ਮੀਡੀਆ ਤੇ, 100 ਸਾਲ ਦਾ ਮੀਡੀਆ ਦਾ ਕੈਨੇਡਾ 'ਚ ਸਫ਼ਰ ਜਦੋਂ ਮੁਕੰਮਲ ਕਰਾਇਆ, ਮੈਂ ਸਬਮਿਟ ਕਰਾ ਕੇ ਪੰਜਾਬੀ ਯੂਨੀਵਰਸਿਟੀ ਆਇਆ। ਤੇ ਉਸ ਤੋਂ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਹੁਣ ਮੀਡੀਆ ਨੂੰ ਪੈਸ਼ਨ ਦੇ ਤੌਰ ਤੇ ਰੱਖਣਾ, ਇੱਕ ਨੌਕਰੀ ਦੇ ਤੌਰ ਤੇ ਨਹੀਂ, ਤੇ ਪ੍ਰੋਫੈਸ਼ਨ ਰੀਅਲ ਸਟੇਟ ਦਾ ਬਣਾਉਣਾ ਹੈ। ਗੁਰਵਿੰਦਰ ਜੀ, ਆਪਾਂ ਇੱਕ ਕਾਲਰ ਦੀ ਕਾਲ ਵੀ ਅਟੈਂਡ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਬੇਟਾ, ਇੱਕ ਮੈਂ ਨਾ ਧਾਰੀਵਾਲ ਸਾਹਿਬ ਨੂੰ ਬੇਨਤੀ ਕਰਨੀ ਸੀ ਜੀ। ਬਈ ਨਾ ਦੇਖੋ, ਨਿਊਯਾਰਕ ਦੇ ਵਿੱਚ ਨਾ ਇੱਕ ਕੋਂਡੋ ਬਿਲਡਿੰਗ ਨੂੰ ਨਾ ਅੱਗ ਲੱਗੀ, ਅਪਾਰਟਮੈਂਟ ਬਿਲਡਿੰਗ ਨੂੰ, ਤੇ ਉੱਥੇ ਨਾ ਬੇਟਾ 20 ਬੱਚੇ ਵਿਚਾਰੇ ਜਲ ਕੇ ਮਰ ਗਏ ਜੀ। ਉਹ ਕਾਰਨ ਪਤਾ ਕੀ ਆ? ਵੀ ਜਿਹੜੇ ਕੋਂਡੋ ਬਿਲਡਿੰਗ ਆ ਨਾ, ਅਪਾਰਟਮੈਂਟ ਬਿਲਡਿੰਗ, ਇਹਨਾਂ 'ਚ ਰੈਂਪ ਚਾਹੀਦੇ, ਦੋਨਾਂ ਸਾਈਡਾਂ ਤੇ ਰੈਂਪ। ਤੁਸੀਂ ਸਮਝਦੇ ਹੋ ਰੈਂਪ? ਹਾਂਜੀ ਹਾਂਜੀ, ਹੈਲੋ ਜੀ। ਜੀ ਸਰ, ਬਿਲਕੁਲ ਬਿਲਕੁਲ। ਰੈਂਪ ਹੁੰਦਾ, ਰੈਂਪ ਦੇ ਵਿੱਚੋਂ ਨਾ ਭੱਜ ਕੇ ਵੀ ਤੁਸੀਂ ਬਾਹਰ ਆ ਸਕਦੇ ਹੋ। ਜਿਹੜੀ ਸਟੇਅਰ ਦਾ ਉਹ ਤਾਂ ਚੌਕ ਹੋ ਜਾਂਦੀ ਹੈ ਹਜੇ ਸਮੇਂ ਤੇ। ਤੇ ਧਾਰੀਵਾਲ ਸਾਹਿਬ ਨੂੰ ਬੇਨਤੀ ਆ ਵੀ ਤੁਸੀਂ ਇਹ ਜੋਰ ਲਾਉਣਾ ਪਊਗਾ ਬੜਾ ਜ਼ਿਆਦਾ, ਵੀ ਜਿੰਨੀਆਂ ਵੀ ਅਪਾਰਟਮੈਂਟ ਬਿਲਡਿੰਗਾਂ ਨਾ, ਕੋਂਡੋ ਬਿਲਡਿੰਗਾਂ, ਉਹਨਾਂ ਦੇ ਦੋਨਾਂ ਸਾਈਡਾਂ ਤੇ ਰੈਂਪ ਚਾਹੀਦੇ ਆ ਜੀ। ਠੀਕ ਹੈ ਜੀ, ਤਾਂ ਕਿ ਕਦੇ ਇਹ ਜਿਹੀ ਦੁਰਘਟਨਾ ਨਹੀਂ। ਉਹ ਦੇਖੋ ਹੁਣ 20 ਬੱਚੇ ਜਲ ਕੇ ਮਰਨਾ ਕਿੱਡਾ ਵੱਡਾ ਪਾਪ ਆ ਸਾਡੇ ਸਾਰਿਆਂ ਤੇ। ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ। ਤੇ ਹਾਂ, ਰੈਂਪ ਬਣਨੇ ਚਾਹੀਦੇ ਆ। ਬਿਲਕੁਲ ਸਰ, ਬਿਲਕੁਲ ਜੀ। ਓਕੇ ਜੀ, ਥੈਂਕ ਯੂ। ਹਾਂਜੀ, ਜਿਹੜੀ ਕਾਲਰ ਨੇ ਗੱਲ ਕਹੀ, ਬਿਲਕੁਲ ਇਸ ਤੇ ਤਕਨੀਕੀ ਪੱਖ ਹੈ। ਜਦੋਂ ਬਿਲਡਰ ਡਿਵੈਲਪਰ ਹੈ ਜਿਨ੍ਹਾਂ ਨੇ ਕੋਈ ਵੀ ਬਿਲਡਿੰਗ ਬਣਾਉਣੀ ਹੈ, ਵੈਸੇ ਤਾਂ ਉਹ ਸਾਰਿਆਂ ਦੇ ਜਿਹੜੇ ਬਕਾਇਦਾ ਕੋਡ ਹੁੰਦੇ ਆ ਉਹਨਾਂ ਨੂੰ ਫੋਲੋ ਕਰਨਾ। ਕਮਰਸ਼ੀਅਲ ਬਿਲਡਿੰਗ ਦੀ ਗੱਲ ਕੀਤੀ, ਬੜੀ ਅਫਸੋਸ ਵਾਲੀ ਦੁਖਦਾਈ ਘਟਨਾ, ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ। ਇਹ ਕੋਡ ਜਿਹੜੇ ਆ ਉਹ ਫੋਲੋ ਕਰਨੇ ਤਦ ਤੱਕ ਅਪਰੂਵਲ ਨਾ ਹੋਣੀ ਜਦੋਂ ਤੱਕ ਇਹ ਚੀਜ਼ਾਂ ਨਹੀਂ ਹੈ, ਤੇ ਸੁਧਾਰਨ ਦੇ ਵਾਸਤੇ ਗੱਲਬਾਤ ਬੜੀ ਜ਼ਰੂਰੀ ਹੈ ਤੇ ਅਸੀਂ ਵੀ ਗੌਰ ਕਰਦੇ ਹਾਂ। ਸੋ ਜ਼ਰੂਰ ਧੰਨਵਾਦ ਇਹਨਾਂ ਦਾ, ਕਾਲਰਸ ਦਾ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ, 2012 ਦੇ ਵਿੱਚ ਮੈਂ ਉਹ ਸਫ਼ਰ ਜਿਹੜਾ ਹੈ ਆਪਣਾ ਥੀਸਿਸ ਦਾ ਮੁਕੰਮਲ ਕੀਤਾ ਤੇ ਉਸ ਤੋਂ ਬਾਅਦ ਫੈਸਲਾ ਕਰ ਲਿਆ ਕਿ ਆ ਜਿਹੜਾ ਮੇਰੇ ਕੋਲ ਲਾਇਸੈਂਸ ਹੈ ਇਹਨੂੰ ਦੇਖਾਂ ਤਾਂ ਸੀ ਹੈ ਕੀ ਇਹਦੇ 'ਚ। ਕਦੇ ਕਦਾਈ ਖੋਲ੍ਹ ਲਿਆ, ਰੱਖ ਲਿਆ, ਕਿਉਂਕਿ ਮੈਂ ਵੀ ਇਹ ਜਿਹੜਾ ਪਾਰਟ ਟਾਈਮ ਸ਼ਬਦ ਤੋਂ ਹੀ ਸਿੱਖਿਆ ਲਈ। ਮੈਨੂੰ ਕਿਸੇ ਚੰਗੇ ਰਾਈਟਰ ਨੇ ਕਿਹਾ ਕਿ ਇਹ ਸੋਚ ਬਦਲਣੀ ਪੈਣੀ ਹੈ। ਤੇ ਮੈਂ 2013 ਦੇ ਵਿੱਚ ਫਿਰ ਇਸ ਦੇ ਵਿੱਚ ਪੂਰਾ ਧਿਆਨ ਦਿੱਤਾ। ਪਹਿਲਾਂ ਆਪਣੀ ਰਿਐਲਿਟੀ ਦੇ ਵਿੱਚ ਸਾਡਾ ਪਲੈਨਟ ਗਰੁੱਪ ਬੜਾ ਅੱਛਾ, ਬੜੀ ਮਿਹਨਤ ਕੀਤੀ। 125-30 ਰਿਐਲਟਰ ਸਨ ਤੇ ਮੈਂ ਥੱਲਿਓ ਪਹਿਲੇ ਨੰਬਰ ਤੇ ਸੀ। ਤੇ ਮੈਨੂੰ ਕਹਿਣਾ ਕੁਛ ਬੋਲੋ ਤੁਸੀਂ ਐਨੂਅਲ ਫੰਕਸ਼ਨ ਤੇ, ਪ੍ਰਾਈਜ਼ ਡਿਸਟ੍ਰੀਬਿਊਸ਼ਨ ਤੇ ਮੈਂ ਕਹਿੰਦਾ ਵੀ ਬੋਲਣਾ ਕੀ ਆ, ਮੈਂ ਉਹ ਗੱਲਾਂ ਕਰ ਲੂੰਗਾ, ਪਰ ਰੀਅਲ ਸਟੇਟ ਦਾ ਕੀ ਕਰਾਂ, ਪ੍ਰਾਪਤੀਆਂ ਤਾਂ ਹੈ ਨਹੀਂ। ਤੇ ਜਦੋਂ ਮੈਂ 2012 'ਚ ਬੋਲਿਆ ਤਾਂ ਮੇਰੇ ਮਨ 'ਚ ਸੀ ਮੈਂ ਕਹਾਂ ਕੀ। ਤੇ ਉਸੇ ਦੌਰਾਨ ਮੇਰੇ ਨਾਲ ਜਿਹੜੇ ਦੋਸਤ ਮਿੱਤਰ ਬੈਠੇ ਸੀ ਕਹਿੰਦੇ ਵੀ ਜੇ ਅਸੀਂ ਇੰਨੀਆਂ ਗੱਲਾਂ ਸਾਨੂੰ ਆਉਂਦੀਆਂ ਹੁਣ ਤਾਂ ਅਸੀਂ ਬਹੁਤ ਕੁਛ ਕਰੀਏ। ਮੈਂ ਹੱਸਿਆ ਵੀ ਤੇ ਆਪਣੇ ਆਪ ਤੇ ਥੋੜਾ ਜਿਹਾ ਮੈਨੂੰ ਇਹ ਦੁੱਖ ਵੀ ਹੋਇਆ। ਤੇ ਖੈਰ 2013 'ਚ ਮੈਂ ਸਾਰਾ ਕੁਝ ਛੱਡ ਕੇ ਸਵੇਰੇ ਦਫ਼ਤਰ 'ਚ ਆ ਜਾਣਾ, ਬੈਠ ਜਾਣਾ ਤੇ ਸ਼ਾਮ ਤਾਈਂ ਮੈਂ ਇਸੇ ਤਰ੍ਹਾਂ ਰਹਿਣਾ। 2-4 ਲਿਸਟਿੰਗਸ ਹੋਈਆਂ, ਕੁਛ ਦੋਸਤਾਂ ਮਿੱਤਰਾਂ ਨੇ ਹੌਸਲਾ ਦਿੱਤਾ। ਪਰ ਹੈਰਾਨੀ ਤੇ ਜਿਹੜੀ ਦੂਸਰੇ ਜਿਹੜੇ ਸਾਡੇ ਨਵੇਂ ਰਿਐਲਟਰਸ ਬਹੁਤ ਆਉਣਾ ਚਾਹੁੰਦੇ ਨੇ ਜਾਂ ਦੋਸਤ ਮਿੱਤਰ ਨੇ, ਮੈਂ ਇਹ ਜ਼ਰੂਰ ਦੱਸਾਂਗਾ ਕਿ 1 ਸਾਲ ਇੱਕ ਵੀ ਮੇਰੇ ਕੋਲ ਸੇਲ ਨਹੀਂ ਸੀ, ਇੱਕ ਵੀ ਪ੍ਰਾਪਰਟੀ ਨਹੀਂ ਸੀ ਵੇਚੀ। ਤੇ ਪਰ ਮੈਂ ਹੌਸਲਾ ਨਹੀਂ ਛੱਡਿਆ। ਸਹਿਯੋਗ ਪਰਿਵਾਰ ਦਾ, ਸਾਡੇ ਪਿਤਾ ਜੀ ਹੋਰਾਂ ਨੇ, ਉਹਨਾਂ ਨੇ ਬੜਾ ਹੌਸਲਾ ਦਿੱਤਾ। ਤੇ ਅਖੀਰ ਦੇ ਵਿੱਚ 2013 ਜਦੋਂ ਖਤਮ ਹੋਇਆ ਤੇ ਉਸ ਤੋਂ ਮਗਰੋਂ ਮੈਂ ਸੋਚਿਆ ਵੀ ਹੁਣ ਜਿਵੇਂ ਬਦਾਮ ਦੀ ਗਰੀ ਟੁੱਟਣ ਵਾਲੀ ਹੈ, ਆਖਰੀ ਸੱਟ ਦੀ ਲੋੜ ਹੈ, ਹੁਣ ਨਾ ਖੁੰਝੀਏ। 14 ਦੇ ਵਿੱਚ ਫਿਰ ਜਿਹੜਾ ਸਾਲ ਸ਼ੁਰੂ ਹੋਇਆ, ਫਿਰ ਮੇਰਾ ਸਫ਼ਰ ਜਿਹੜਾ ਸੀ ਬੜਾ ਤੇਜ਼ੀ ਨਾਲ, ਪਹਿਲੇ ਸਾਲ ਮੈਡੈਲੀਅਨ, ਦੂਜੇ ਸਾਲ ਟੌਪ 10 'ਚ, ਤੀਜੇ 'ਚ
1% 'ਚ ਤੇ ਚੌਥੇ 'ਚ 17 ਦੇ ਵਿੱਚ ਮੈਂ ਪਹਿਲੀ ਵਾਰ ਫਰੇਜ਼ਰ ਵੈਲੀ ਰੀਅਲ ਸਟੇਟ ਬੋਰਡ 'ਚ ਸੇਲਸ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ 17 ਦੇ ਵਿੱਚ। ਤੇ ਹੁਣ ਇਸ ਵਾਰੀ ਜਿਹੜਾ ਹੈ 2021 ਦੇ ਵਿੱਚ ਸੇਲ ਦੇ ਵਿੱਚ ਜਿੱਥੇ ਟੌਪ ਕੀਤਾ ਉੱਥੇ ਨਾਲ ਹੀ ਡਾਲਰ ਵੋਲੀਅਮ ਅਚੀਵਮੈਂਟ, ਇਹ ਇੱਕ ਬੜਾ ਮਾਣ ਮੱਤਾ, ਇਹ ਵੀ ਇੱਕ ਅਵਾਰਡ ਹੁੰਦਾ ਹੈ ਕਿ ਓਵਰਆਲ ਸਾਰੇ ਜਿਹੜੇ ਰੈਲਟਰਸ ਨੇ 4000 ਤੋਂ ਜ਼ਿਆਦਾ ਨੇ, ਬੜੇ ਅੱਛੇ ਨੇ, ਸਾਰੇ ਬਹੁਤ ਵਧੀਆ ਨੇ, ਸਭ ਨੂੰ ਮੁਬਾਰਕਾਂ। ਤੇ ਉਹਨਾਂ ਚੋਂ ਇਹ ਥਾਂ ਮਿਲਿਆ। ਇੱਕ ਸਫ਼ਰ ਸੀ ਜਿਹੜਾ ਕਿ ਮੇਰੇ ਵਰਗਾ ਵਿਅਕਤੀ ਜਿਹੜਾ ਹੈ ਜਿਹਦਾ ਫੀਲਡ ਹੀ ਕਮਰਸ਼ੀਅਲ ਨਹੀਂ ਹੈ ਉਹ ਜੇ ਹਾਸਲ ਕਰ ਸਕਦਾ ਤਾਂ ਮੈਂ ਸਮਝਦਾ ਕਿ ਦੂਸਰਿਆਂ ਲਈ ਬਹੁਤ ਵਧੀਆ ਰਸਤਾ ਹੈ, ਉਹ ਕਰ ਸਕਦੇ ਆ। ਬਿਲਕੁਲ ਗੁਰਵਿੰਦਰ ਧਾਲੀਵਾਲ ਜੀ, ਓਬਵੀਅਸਲੀ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਬੜੀਆਂ ਸਾਰੀਆਂ ਦਿੱਕਤਾਂ ਆਉਂਦੀਆਂ ਨੇ, ਕੰਪੀਟੀਸ਼ਨ ਦਾ ਦੌਰ ਹੈ ਤੇ ਤੁਹਾਨੂੰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ ਹੋਣੀਆਂ। ਸੋ ਕਿਹੜੀਆਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪਈਆਂ, ਕਿਵੇਂ ਉਹਨਾਂ ਵਿੱਚੋਂ ਨਿਕਲੇ? ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕਿਸੇ ਨੇ ਤੁਹਾਨੂੰ ਪ੍ਰਾਪਰਟੀ ਦੇਣੀ ਹੁੰਦੀ ਹੈ, ਲਿਸਟਿੰਗ ਦੇਣੀ ਹੈ, ਤੇ ਉਹਦੇ ਕਈ ਸਵਾਲ ਹੁੰਦੇ ਨੇ ਕਿ ਤੁਹਾਡੀ ਕੀ ਕਾਬਲੀਅਤ ਕੀ ਹੈ। ਉਸ ਵੇਲੇ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਕਿ ਤੁਸੀਂ ਉਸ ਨੂੰ ਕਿਵੇਂ ਵੇਚ ਸਕਦੇ ਹੋ। ਜਿਵੇਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਫੁੱਲ ਟਾਈਮ ਆਪਣੇ ਆਪ ਨੂੰ ਸਾਬਤ ਕਰੋ। ਇਹ ਨਾ ਹੋਵੇ ਕਿ ਅਗਲਾ ਤੁਹਾਨੂੰ ਆਪਣੀ 5 ਲੱਖ 10 ਲੱਖ ਦੀ ਪ੍ਰਾਪਰਟੀ ਦੇਵੇ, ਤੁਸੀਂ ਕਹੋ ਮੈਂ ਇੱਕ ਕੰਮ ਹੋਰ ਕਰਿਆ ਮੈਂ ਬਾਅਦ 'ਚ ਇਹਦੇ 'ਤੇ ਕੌਨਸਨਟਰੇਟ ਕਰਾਂਗਾ। ਨਹੀਂ, ਦੂਸਰੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਸਲੀਕਾ ਬੋਲ ਚਾਲ ਹੈ, ਇਹਦਾ ਮੈਂ ਆਪਣੇ ਵੀ ਮਾਣ ਜਿਹੜਾ ਆਪਣੇ ਸਤਿਕਾਰਯੋਗ ਪਿਤਾ ਜੀ ਉਹਨਾਂ ਨੂੰ ਦਿੰਦਾ, ਉਹਨਾਂ ਨੂੰ ਬੋਲਦੇ ਸੁਣਦੇ ਸੀ, ਉਹਨਾਂ ਦੀ ਗੱਲਬਾਤ ਸੁਣਦੇ ਸੀ। ਜ਼ੁਬਾਨ ਬੜੀ ਵੱਡੀ ਚੀਜ਼ ਹੈ, ਹਾਲਾਂਕਿ ਕੋਈ ਇਹਦੇ 'ਚ ਬਹੁਤੀ ਵੱਡੀ ਗੱਲ ਨਹੀਂ ਕਿ ਮੇਰੇ ਕੋਲ ਬੜਾ ਵਧੀਆ ਸ਼ਬਦਾਵਲੀ ਹੈ, ਪਰ ਫਿਰ ਵੀ ਕੁਛ ਨਾ ਕੁਛ ਇਹੋ ਜਿਹਾ ਹੈ ਕਿ ਗੱਲ ਕਰਨੀ, ਅਗਲੇ ਦਾ ਅਦਬ ਸਤਿਕਾਰ ਵੀ ਕਾਇਮ ਰੱਖਣਾ। ਤੀਸਰਾ ਇਹ ਹੈ ਕਿ ਮੁਸ਼ਕਿਲ ਇਹ ਵੀ ਆਉਂਦੀ ਹੈ ਕਿ ਉਸ ਪ੍ਰਾਪਰਟੀ ਦੀ ਇਵੈਲੂਏਸ਼ਨ ਕੀ ਤੁਸੀਂ ਕੀਤੀ ਹੈ, ਤੁਹਾਨੂੰ ਪਤਾ ਉਸ ਖੇਤਰ ਦੇ ਵਿੱਚ ਏਰੀਏ 'ਚ ਇਸ ਪ੍ਰਾਪਰਟੀ ਨੂੰ ਕਿੱਥੇ ਤੁਸੀਂ ਵੇਚ ਸਕਦੇ ਹੋ, ਜਾਂ ਕਿਸੇ ਨੂੰ ਲੈ ਕੇ ਦੇਣੀ ਹੈ ਉਸ ਨੂੰ ਉੱਥੇ ਲੈ ਕੇ ਦਿਓ ਕਿ ਇੱਕ ਵਾਰ ਤੁਹਾਡਾ ਉਹ ਕਲਾਇੰਟ ਬਣੇ ਤੇ ਮੁੜ ਕੇ ਸਦਾ ਹੀ ਕਲਾਇੰਟ ਬਣੇ। ਇਹ ਬੜੀ ਵੱਡੀ ਦਿੱਕਤ ਹੁੰਦੀ ਹੈ। ਕਈ ਵਾਰੀ ਆ ਹੁੰਦਾ ਬਈ ਜਿਵੇਂ ਪੰਜਾਬੀ 'ਚ ਕਹਿੰਦੇ ਲਾਗੇ ਨੇ ਤਾਂ ਲਾਗ ਲੈਣਾ, ਇਹ ਲਾਗ ਲੈਣ ਵਾਲੀ ਗੱਲ ਬਹੁਤ ਖਤਰਨਾਕ ਹੁੰਦੀ ਹੈ, ਮੁੜ ਕੇ ਉਹਦਾ ਬਾਤ ਨਹੀਂ ਪੁੱਛਣੀ। ਇਸ ਤਰ੍ਹਾਂ ਮੇਰੇ ਕੋਲ ਰਿਪੀਟਡ ਕਲਾਇੰਟ ਇੰਨੇ ਜ਼ਿਆਦਾ ਹੈ, ਕਈ ਵਾਰੀ 4-4 5-5 ਵਾਰੀ ਕਈਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਪ੍ਰਾਪਰਟੀਜ਼ ਲੈ ਕੇ ਦਿੱਤੀਆਂ। ਕਾਰਨ ਉਹਦਾ ਇਹੀ ਸੀ ਕਿ ਉਹਨਾਂ ਨੇ ਇੱਕ ਦੂਜੇ ਨੇ ਦੂਜੇ ਨੂੰ ਰੈਫਰ ਕੀਤਾ ਵੀ ਤੁਸੀਂ ਉੱਥੇ ਜਾਓ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡਾ ਉਹ ਖੇਤਰ ਮਜ਼ਬੂਤ ਕਰਦੀਆਂ, ਤੁਹਾਡਾ ਹੌਸਲਾ ਵਧਾਉਂਦੀਆਂ। ਬਾਕੀ ਤਾਂ ਇਹ ਹੈ ਗੁਰਬਾਣੀ ਦਾ ਇੱਕ ਕਥਨ ਹੈ, ਕਰੋ ਯਤਨ ਜੇ ਹੋਏ ਮਿਹਰਬਾਨਾ। ਕੋਸ਼ਿਸ਼ ਆਪਾਂ ਕਰਨੀ ਹੈ, ਬਾਕੀ ਉਹਦੀ ਰਹਿਮਤ ਹੈ ਜੋ ਬਰਕਤ ਪਾਉਂਦਾ ਹੈ। ਜੀ ਜਿਵੇਂ ਗੁਰਵਿੰਦਰ ਜੀ ਸਾਰੇ ਕਹਿੰਦੇ ਨੇ ਵੀ ਜਿਹੜੇ ਪੰਜਾਬੀ ਨੇ ਉਹ ਬਹੁਤ ਇਸ ਲਾਈਨ ਦੇ ਵਿੱਚ ਹੈਗੇ ਆ, ਕਿ ਵਾਕਈ ਇਹ ਚੀਜ਼ ਹੈਗੀ ਹੈ ਵੀ ਪੰਜਾਬੀ ਸਭ ਤੋਂ ਜ਼ਿਆਦਾ ਨੇ ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਆਉਂਦੇ ਨੇ। ਰੀਅਲ ਏਸਟੇਟ ਪੰਜਾਬੀਆਂ ਨੂੰ ਕਿਵੇਂ ਫਲਦੀ ਫੁੱਲਦੀ ਹੈ? ਕੀ ਹਰ ਪੰਜਾਬੀ ਆਪਣਾ ਕੋਈ ਵੀ ਕੰਮ ਕਰ ਰਿਹਾ ਤਾਂ ਉਹਦੇ ਨਾਲ ਨਾਲ ਰੀਅਲ ਏਸਟੇਟ ਬਾਰੇ ਸੋਚ ਸਕਦਾ ਹੈ? ਤੇ ਜੇ ਸੋਚਣਾ ਚਾਹਵੇ ਤਾਂ ਕਿਉਂ? ਕਿਹੜੇ ਉਹ ਚੀਜ਼ਾਂ ਹੈਗੀਆਂ ਜਿਹਦੇ ਬਾਰੇ ਅਸੀਂ ਸੋਚ ਕੇ ਇਸ ਲਾਈਨ ਦੇ ਵਿੱਚ ਆਉਂਦੇ ਹਾਂ? ਸ਼ੈਰੀ, ਬਹੁਤ ਵਧੀਆ ਸਵਾਲ ਹੈ। ਵੈਸੇ ਤਾਂ ਸਾਡਾ ਭਾਈਚਾਰਾ ਸਾਨੂੰ ਵੀ 100-125 ਸਾਲ ਹੋਇਆ, ਹਰ ਖੇਤਰ ਦੇ ਵਿੱਚ ਤਰੱਕੀ ਕੀਤੀ ਹੈ। ਜਿੱਥੇ ਕੋਈ ਬੰਦਿਸ਼ਾਂ ਨਹੀਂ ਆ, ਕਈਆਂ ਦੇ ਵਿੱਚ ਰਿਸਟ੍ਰਿਕਸ਼ਨਸ ਨੇ, ਕਈਆਂ ਲੈਂਗੁਏਜ ਦੀਆਂ ਰਿਸਟ੍ਰਿਕਸ਼ਨ ਨੇ, ਕਈ ਤਰ੍ਹਾਂ ਦੀਆਂ ਹੋਰ ਹੈ, ਉੱਥੇ ਦਰਵਾਜ਼ੇ ਅਜੇ ਖੁੱਲ੍ਹੇ ਨਹੀਂ ਹੈ। ਪਰ ਜਿੱਥੇ ਜਿਹੜੀ ਇੰਡਸਟਰੀ ਸੀ ਪਹਿਲਾਂ ਜ਼ਿਆਦਾ, ਅਸੀਂ ਟਰੱਕਿੰਗ ਇੰਡਸਟਰੀ 'ਚ ਹੀ ਰਹੇ ਹਾਂ, ਟੈਕਸੀ ਇੰਡਸਟਰੀ 'ਚ ਰਹੇ ਹਾਂ, ਪਰ ਹੌਲੀ ਹੌਲੀ ਰੀਅਲ ਸਟੇਟ ਦੇ ਵਿੱਚ ਵੱਧਦੇ ਗਏ, ਅੱਜ ਵੱਡੀ ਗਿਣਤੀ ਹੈ। ਉਹਦਾ ਕਾਰਨ ਇਹ ਹੈ ਕਿ ਸਾਡੇ ਲੋਕ ਇਨਵੈਸਟਮੈਂਟ ਵੀ ਬਹੁਤ ਕਰਦੇ ਆ, ਖਰੀਦਦੇ ਵੇਚਦੇ ਬਹੁਤ ਆ। ਤੁਸੀਂ ਦੇਖੋ ਕੁਕੇਸ਼ਨ ਭਾਈਚਾਰਾ ਬੜਾ ਵਧੀਆ, ਪਰ ਉਹ ਇੰਨੀ ਪ੍ਰਾਪਰਟੀ ਨੂੰ ਅੱਗੇ ਤੋਂ ਅੱਗੇ ਉਹਨੂੰ ਮੂਵ ਨਹੀਂ ਕਰਦਾ। ਉਹਨੇ ਕਈ ਵਾਰੀ 20-40 ਸਾਲ ਹੋ ਗਏ ਬੈਠਿਆਂ ਨੂੰ। ਸਾਡੇ ਉਦੋਂ ਤੱਕ 10 ਵਾਰੀ ਵੇਚ ਕੇ ਖਰੀਦ ਲੈਂਦੇ ਆ। ਸੋ ਹੌਲੀ ਹੌਲੀ ਇਹ ਵੀ ਉਹਨਾਂ ਦਾ ਖਿਆਲ ਆਇਆ ਕਿ ਇੰਨਾ ਕੁਛ ਕਰਨਾ ਤਾਂ ਘਰ ਦਾ ਹੀ ਕਿਉਂ ਨਾ ਰੈਲਟਰ ਹੋਵੇ, ਅਸੀਂ ਆਪ ਹੀ ਬਣ ਜਾਈਏ। ਕਈ ਨੇ ਬੱਚਿਆਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ, ਕਈ ਆਪ ਖੁਦ ਇਸ ਪਾਸੇ ਆ ਗਏ, ਤੇ ਯਕੀਨਨ ਤੌਰ ਤੇ ਬਿਲਡਰ ਡਿਵੈਲਪਰ ਸਾਡੇ ਅੱਜ ਉਸ ਮੁਕਾਮ ਤੇ ਨੇ। ਬੜੀ ਵੱਡੀ ਪ੍ਰਾਪਤੀ ਹੈ, ਮਾਣ ਹੁੰਦਾ ਹੈ ਆਪਣੇ ਭਾਈਚਾਰੇ ਤੇ। ਉਹਨਾਂ ਦੇ ਕੋਲ ਇੱਥੇ ਇੱਕ ਇਮੀਗ੍ਰੈਂਟ ਦੇ ਤੌਰ ਤੇ ਆ ਕੇ ਇਸ ਮੰਜ਼ਿਲ ਨੂੰ ਹਾਸਲ ਕਰਨਾ। ਸੋ ਗਿਣਤੀ ਬਹੁਤ ਹੋ ਚੁੱਕੀ ਹੈ, ਹੁਣ ਗੁਣਾਤਮਕ ਪੱਖ ਵੀ ਬਹੁਤ ਜ਼ਰੂਰੀ ਹੈ। ਠੀਕ ਹੈ, ਬੜੇ ਚੰਗੇ ਨੇ, ਪਰ ਅਸੀਂ ਉਸ ਨੂੰ ਇੰਨਾ ਕੁ ਇੱਕ ਮਿਸਾਲ ਕਾਇਮ ਕਰੀਏ, ਇੱਕ ਉਦਾਹਰਨ ਕਾਇਮ ਕਰੀਏ ਕਿ ਇਹ ਕਹਿਣ ਵੀ ਗਿਣਤੀ 'ਚ ਹੀ ਨਹੀਂ, ਅਸੀਂ ਇਸ 'ਚ ਗੁਣਾਤਮਕ ਪੱਖੋਂ ਵੀ, ਕੁਆਲਿਟੀ ਵੀ ਕੁਆਂਟਿਟੀ ਦੇ ਨਾਲ ਬੜੀ ਵਧੀਆ। ਸੋ ਚੰਗਾ ਭਵਿੱਖ ਹੈ ਸਾਡੇ ਨੌਜਵਾਨਾਂ ਦਾ, ਸਾਰੇ ਆ ਰਹੇ ਨੇ। ਤੇ ਮੈਂ ਵੀ ਇਹ ਮਹਿਸੂਸ ਕਰਦਾ ਜਿਹੜੀ ਇਹ ਅਚੀਵਮੈਂਟ ਵੀ ਹੋਈ ਹੈ, ਇਹ ਅਚੀਵਮੈਂਟ ਵੀ ਬਜ਼ਾਤੇ ਖੁਦ ਮੇਰੇ ਆਪਣੇ ਲਈ ਨਹੀਂ ਹੈ, ਉੱਥੇ ਕੀ ਨਾਮ ਹੈ ਕੀ ਨਹੀਂ,
ਜੇ 100 ਸਾਲ ਦਾ ਸਫ਼ਰ ਤੈਅ ਕੀਤਾ, ਕੋਈ ਇੱਕ ਇਮੀਗ੍ਰੈਂਟ ਭਾਈਚਾਰੇ 'ਚ ਇੱਥੇ ਪਹੁੰਚਿਆ, ਤਾਂ ਜਿਵੇਂ ਇੱਕ ਬੜਾ ਮਸ਼ਹੂਰ ਗੀਤ ਹੈ कि मुझसे बेहतर कहने वाले तुमसे बेहतर सुनने वाले और आएंगे इन्हां नौजवानों चों शायद अगे तो अगे तरक्कियां करने वाले बहुत आउण, सो उन्हां नूं बहुत दुआवां जी। सो मार्केट ਦੇ ਵਿੱਚ ਹੁਣ ਜਿਹੜੇ ਹਾਲਾਤ ਬਣੇ, ਅਸੀਂ ਦੇਖਿਆ ਕੋਵਿਡ ਦੌਰਾਨ ਬੜੇ ਤਰ੍ਹਾਂ ਦੇ ਉਥਲ ਪੁਥਲ ਦੇਖਣ ਨੂੰ ਮਿਲੀ, ਲੋਕ ਪਰੇਸ਼ਾਨ ਹੋਏ, ਸੇਲਰਸ ਵੀ ਪਰੇਸ਼ਾਨ, ਖਰੀਦਣ ਵਾਲੇ ਵੀ, ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ। ਅਜਿਹੇ ਦੇ ਵਿੱਚ ਮਾਰਕੀਟ ਦੇ ਹਾਲਾਤ ਜਿਹੜੇ ਆ ਲੋਕਾਂ ਨੂੰ ਅਜੇ ਸਮਝ ਨਹੀਂ ਆ ਰਹੇ, ਤੇ ਤੁਹਾਡੀ ਨਜ਼ਰ ਤੋਂ ਇੱਕ ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਤੁਸੀਂ ਖੁਦ ਸਰਗਰਮ ਰਹਿੰਦੇ ਹੋ, ਅਜਿਹੇ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਕਿੱਧਰ ਜਾਂਦੇ ਦੇਖਦੇ ਹੋ? ਲੋਕ ਕਿਹੜੇ ਮੌਕੇ ਉਹ ਦੇਖਣ ਜਦੋਂ ਘਰ ਖਰੀਦ ਸਕਦੇ ਨੇ ਜਾਂ ਉਹ ਘਰ ਨਵਾਂ ਲੈਣਾ ਚਾਹੁੰਦੇ ਨੇ, ਕਿਵੇਂ ਸੋਚ ਵਿਚਾਰ ਉਹ ਕਰਨ? ਜਦੋਂ ਕੋਵਿਡ ਦਾ ਇਹ ਸੰਤਾਪ ਸ਼ੁਰੂ ਹੋਇਆ, ਕੁਝ ਮੀਡੀਆ ਕਰਮੀਆਂ ਨੇ ਜਾਂ ਕੁਝ ਲੋਕਾਂ ਨੇ ਇਹ ਉਸ ਵੇਲੇ ਇੱਕ ਸ਼ੁਰੂ ਕਰ ਦਿੱਤਾ, ਇੱਕ ਵੱਖਰੀ ਕਿਸਮ ਦਾ ਡਿਸਕੋਰਸ ਸੀ ਕਿ ਜੀ ਹੁਣ ਮਾਰਕੀਟ ਜਿਹੜੀ ਹੈ ਡਿੱਗ ਪਏਗੀ, ਕੁਝ ਨਾ ਖਰੀਦੋ, ਬੈਠ ਜਾਓ। ਬਹੁਤ ਸਾਰੇ ਲੋਕ ਡਰ ਗਏ ਇਸ ਗੱਲ ਤੋਂ, ਉਹਨਾਂ ਨੇ ਕੁਝ ਖਰੀਦਣਾ ਬੰਦ ਕਰ ਦਿੱਤਾ। ਪਰ ਹੋਇਆ ਇਸ ਤਰ੍ਹਾਂ ਨਾ, ਕਿਉਂ? ਕਾਰਨ ਉਹਦਾ ਇਹ ਸੀ ਕਿ ਇੱਕ ਤਾਂ ਇੰਟਰਸਟ ਰੇਟ ਜਿਹੜਾ ਸੀ ਉਹ ਬੜਾ ਬਾਜ ਵਜਿਆ ਸੀ, ਦੂਸਰਾ ਇਹ ਸੀ ਕੋਈ ਸਰਕਾਰ ਵੱਲੋਂ ਸਹੂਲਤਾਂ ਵੀ ਸਨ, ਤੀਜਾ ਸਭ ਤੋਂ ਵੱਡੀ ਗੱਲ ਕਿ ਲੋੜ ਸੀ, ਡਿਮਾਂਡ ਸੀ। ਡਿਮਾਂਡ ਜਿਸ ਤਰ੍ਹਾਂ ਲੋਕਾਂ ਨੂੰ ਕੁਝ ਨੇ ਰੋਕ ਦਿੱਤਾ ਤੇ ਉਹ ਡਿਮਾਂਡ ਵੱਧਦੀ ਗਈ, ਸਪਲਾਈ ਉਨੀ ਹੀ ਸੀ, ਕੰਪੀਟੀਸ਼ਨ ਵੱਧ ਗਿਆ ਤੇ ਮਾਰਕੀਟ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਕੀਮਤਾਂ ਜਿਹੜੀਆਂ ਸਨ ਉਹ ਬਹੁਤ ਵੱਧ ਗਈਆਂ। ਮੈਨੂੰ ਯਾਦ ਹੈ 2020 ਦੇ ਵਿੱਚ ਬੜੀ ਚਰਚਾ ਹੋਈ, ਇੱਕ ਪ੍ਰਾਪਰਟੀ ਅਸੀਂ ਇੱਥੇ ਵੇਚੀ ਸਰੀ ਦੇ ਵਿੱਚ, ਤੇ ਉਹਦੇ 'ਚ 64 ਆਫਰ ਸੀ, 64 ਆਫਰਸ ਦੇ ਵਿੱਚੋਂ ਸਾਡੀ ਆਫਰ ਮੰਨੀ ਗਈ, ਪਰ ਕੀਮਤ 2 ਲੱਖ ਉੱਪਰ ਸੀ। ਉਹ 2 ਲੱਖ ਉੱਪਰ ਤੇ ਉੱਪਰ ਕਈਆਂ ਨੇ ਇਹ ਕਿੰਤੂ ਪਰੰਤੂ ਕੀਤਾ, ਇੰਨੀ ਮਹਿੰਗੀ ਪ੍ਰਾਪਰਟੀ ਲੈ ਲਈ ਜਾਂ ਇਸ ਤਰ੍ਹਾਂ। ਇਹ ਨਹੀਂ ਸੋਚਿਆ ਕਿ ਕੀਮਤ ਥੱਲੇ ਲਾ ਕੇ ਉਹ ਕੰਪੀਟੀਸ਼ਨ ਰੀਅਲਟਰ ਵੱਲੋਂ ਕ੍ਰੀਏਟ ਕੀਤਾ ਗਿਆ, ਉਤਸ਼ਾਹ ਬਣਾਇਆ ਗਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਲੈ ਦਿੱਤੀ, ਤੇ ਵਿਦਿਨ 3 ਮੰਥਸ ਉਹਦੀ ਕੀਮਤ ਜਿਹੜੀ ਸੀ 1.5 ਲੱਖ ਹੋਰ ਵੱਧ ਗਈ। ਇਹ 20 ਤੇ ਅਖੀਰ ਦੀ ਗੱਲ ਹੈ। ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਉਸ ਵੇਲੇ ਲੋਕਾਂ ਦੇ ਅੰਦਰ ਕੋਵਿਡ ਕਰਕੇ ਬੜਾ ਫਿਕਰ ਸੀ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸੋ ਲੋੜ ਬਹੁਤ ਹੈ, ਡਿਮਾਂਡ ਬਹੁਤ ਹੈ, ਸਪਲਾਈ ਓਨੀ ਨਹੀਂ ਹੈ, ਜਿਹਦੇ ਕਾਰਨ ਘਾਟ ਮਹਿਸੂਸ ਹੁੰਦੀ ਹੈ, ਕੰਪੀਟੀਸ਼ਨ ਹੁੰਦਾ ਹੈ, ਇੱਕ ਥਾਂ ਤੇ ਕਈ ਜਿਹੜੇ ਆ ਬਾਹਰ ਨੇ। ਜੀ। ਸੋ ਜਿਹਨੇ ਘਰ ਲੈਣਾ ਉਹ ਸਭ ਤੋਂ ਪਹਿਲਾਂ ਇਹ ਵੀ ਕੀ ਸੋਚ ਵਿਚਾਰ ਕਰੇ ਵੀ ਕਿਹੜੀ ਥਾਂ ਦੇ ਉੱਤੇ ਲੈਣਾ ਤੇ ਕਿਹੜਾ ਘਰ ਲੈਣਾ। ਘਰ ਦੀਆਂ ਵੀ ਕੈਟਾਗਰੀਜ਼ ਹੁੰਦੀਆਂ ਨੇ। ਸੋ ਜਿਹੜੇ ਹਾਲਾਤ ਆਲਰੇਡੀ ਹੁਣ ਜਿਹੜੀ ਸਿਚੁਏਸ਼ਨ ਦੇ ਵਿੱਚ ਆ, ਮੰਨ ਲਓ ਲੈਟਸ ਸੇ ਮੈਂ ਨਵਾਂ ਘਰ ਖਰੀਦਣ ਦਾ ਜੇ ਸੋਚ ਵਿਚਾਰ ਇਹਨਾਂ ਦਿਨਾਂ ਦੇ ਵਿੱਚ ਕਰ ਰਹੀ ਹਾਂ ਤੇ ਫਸਟ ਟਾਈਮ ਹੀ ਹੈ ਮੈਂ ਜਿਹੜਾ ਇਹ ਘਰ ਖਰੀਦਣਾ ਹੈਗਾ, ਪਹਿਲੀ ਵਾਰੀ ਮੈਨੂੰ ਚਾਂਸ ਮਿਲਿਆ, ਤੇ ਉਹਦੇ 'ਚ ਨੋ ਡਾਊਟ ਮੈਨੂੰ ਬੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ, ਮੈਨੂੰ ਮੇਰੇ ਬਜਟ ਦਾ ਵੀ ਖਿਆਲ ਰੱਖਣਾ ਪਏਗਾ, ਮੈਨੂੰ ਲੋਕੇਸ਼ਨ ਕਿਹੜੀ ਸੂਟ ਕਰੇਗੀ ਐਂਡ ਘਰ ਦੀ ਕੈਟਾਗਰੀ ਕਿਹੜੀ ਸੂਟ ਕਰੂਗੀ, ਕਿੰਨੇ ਬਜਟ ਦੇ ਵਿੱਚ ਮੇਰਾ ਘਰ ਹੋਣਾ ਚਾਹੀਦਾ। ਇਹ ਬੜੇ ਤਰ੍ਹਾਂ ਦੇ ਸਵਾਲ ਹਰ ਨਵੇਂ ਘਰ ਲੈਣ ਵਾਲੇ ਇਨਸਾਨ ਦੇ ਦਿਮਾਗ ਦੇ ਵਿੱਚ, ਉਹਦੇ ਜ਼ਿਹਨ ਦੇ ਵਿੱਚ ਰਹਿੰਦੇ ਆ। ਸੋ ਇਹ ਸਵਾਲਾਂ ਦਾ ਜਵਾਬ ਜਿਹੜਾ ਇਹ ਕਿਵੇਂ ਤੇ ਕਿੱਥੋਂ ਮਿਲ ਸਕਦਾ ਹੈ? ਬੜੀ ਵਧੀਆ ਗੱਲ ਹੈ ਕਿ ਜਦੋਂ ਸ਼ੁਰੂਆਤ ਕੋਈ ਕਰਦਾ ਹੈ ਉਦੋਂ ਉਹਨੂੰ ਇੱਕ ਕਿਰਾਏਦਾਰ ਦੇ ਤੌਰ ਤੇ ਸ਼ੁਰੂਆਤ ਕਰਨੀ ਪੈਂਦੀ ਹੈ, ਕਿਉਂਕਿ ਉਹਦਾ ਸੰਭਵ ਨਹੀਂ ਹੈ, ਉਹਦੇ ਕੋਲ ਸੋਰਸਸ ਨਹੀਂ ਹੈ। ਪਰ ਤੁਸੀਂ ਜਿਵੇਂ ਜਿਵੇਂ ਕੁਝ ਇੱਕ ਤਨਖਾਹ ਲੈਣੀ ਸ਼ੁਰੂ ਕਰਦੇ ਹੋ, ਕਿਰਾਏ ਵਾਲਾ ਜਿਹੜਾ ਪੈਸਾ ਤੁਹਾਡਾ ਉਹ ਇੱਕ ਵਿਅਰਥੀ ਅਸੀਂ ਕਹਿ ਸਕਦੇ ਜਾਂਦਾ। ਮਜਬੂਰੀ ਦੇ ਵਿੱਚ ਤਾਂ ਹੋਰ ਕੋਈ ਹੱਲ ਨਹੀਂ ਹੈ, ਪਰ ਜੇ ਤੁਸੀਂ ਥੋੜ੍ਹੇ ਬਹੁਤੇ ਲਈ ਕੁਆਲੀਫਾਈ ਕਰ ਸਕਦੇ ਹੋ ਤਾਂ ਜ਼ਰੂਰ ਜਦੋਂ ਹੀ ਯੋਗ ਹੋ ਜਾਓ ਕਿਰਾਏ ਤੋਂ ਬਾਹਰ ਨਿਕਲੋ ਤੇ ਆਪਣੇ ਵਾਸਤੇ ਛੋਟੀ ਜਿਹੀ ਜਗ੍ਹਾ ਲੈ ਲਓ। ਸਭ ਤੋਂ ਛੋਟੀ ਕੀ ਕਹਿੰਦੇ ਆ ਉਹਨੂੰ, ਕਹਿੰਦੇ ਅਪਾਰਟਮੈਂਟ, ਕੌਂਡੋ, ਠੀਕ ਹੈ। ਪ੍ਰੀ ਸੇਲ ਵੀ ਹੁੰਦਾ, ਬੁਕਿੰਗ ਜਿਹੜੇ 25 ਚ ਬਣਨੇ ਆ ਹੁਣ ਬੁਕਿੰਗ ਹੁੰਦੀ ਆ, ਕਈ ਵਾਰੀ ਥੋੜੇ ਪੈਸੇ ਦੇ ਦਿੱਤੇ ਜਾਂਦੇ ਆ, ਪਰ ਜੋ ਹੁੰਦੇ ਆ ਉਹਨਾਂ ਚੋਂ ਵੀ ਅਪਾਰਟਮੈਂਟ ਪਹਿਲੀ ਸਟੇਜ ਤੇ ਤੁਸੀਂ ਲੈ ਕੇ ਆਪਣੀ ਸ਼ੁਰੂਆਤ ਕਰੋ। ਮੈਂ ਅਕਸਰ ਆਪਣੇ ਕਲਾਇੰਟਸ ਨੂੰ ਕਹਿੰਦਾ ਹੁੰਦਾ ਕਿ ਕਿਰਾਏ ਤੋਂ ਜਿਹੜਾ ਹੈ ਬੇਸਮੈਂਟ ਜਾਂ ਰੈਂਟ ਤੋਂ ਜੇ ਤੁਸੀਂ ਮੁਹੱਈਆ ਕਰ ਸਕਦੇ ਹੋ, ਜੇ ਪੋਸੀਬਲ ਹੈ ਤੁਹਾਡੇ ਕੋਲ, ਤਾਂ ਤੁਸੀਂ ਅਫੋਰਡ ਕਰੋ, ਇੱਕ ਛੋਟਾ ਜਿਹਾ ਆਪਣਾ ਜਿਹੜਾ ਹੈ ਕੌਂਡੋ ਲੈ ਲਓ। ਅਪਾਰਟਮੈਂਟ ਲੈਣ ਦੀ ਸਮਰੱਥਾ ਜਦੋਂ ਬਣ ਗਈ ਤਾਂ ਉਸ ਸਟੇਜ ਤੋਂ ਤੁਸੀਂ ਇੱਕ ਟਾਊਨ ਹਾਊਸ, ਜਿਹੜੀ ਅਗਲੀ ਸਟੇਜ ਹੈ, ਟਾਊਨ ਹਾਊਸ ਤੇ ਅਪਾਰਟਮੈਂਟ ਜਿਹੜੇ ਹੁੰਦੇ ਆ ਇਹ ਸਟਾਰਟਾਂ ਹੁੰਦੇ ਨੇ ਤੇ ਇਹ ਅਟੈਚਡ ਹੁੰਦੇ ਨੇ, ਜੁੜੇ ਹੋਏ ਹੁੰਦੇ ਨੇ। ਸੋ ਅਟੈਚ ਤੇ ਡਿਟੈਚ ਦੇ ਵਿੱਚ ਜਿਹੜਾ ਸਿੰਗਲ ਫੈਮਿਲੀ ਡਵੈਲਿੰਗ ਜਿਹਨੂੰ ਕਹਿੰਦੇ ਆ, ਇੱਕ ਘਰ, ਉਹ ਘਰ ਕੀ ਹੁੰਦਾ,
ਇੰਡੀਵਿਜੂਅਲ ਹੁੰਦਾ, ਕੱਲਾ ਯੂਨਿਟ ਹੁੰਦਾ। ਸੋ ਜਦੋਂ ਟਾਊਨ ਹਾਊਸ ਦੇ ਵਿੱਚ ਕੁਝ ਸਮਾਂ ਰਹੇ ਤੇ ਮੌਰਗੇਜ ਇੰਨੀ ਦੇਣ ਦੇ ਯੋਗ ਹੋਏ, ਥੋੜਾ ਤੁਹਾਡਾ ਕ੍ਰੈਡਿਟ ਬਿਲਡ ਹੋ ਗਿਆ, ਤੇ ਉਸ ਤੋਂ ਬਾਅਦ ਫਿਰ ਉੱਥੋਂ ਅਗਲਾ ਸਟੈਪ ਹੈ ਵੀ ਛੋਟਾ ਜਾਂ ਜਿੱਡਾ ਵੀ ਕਰ ਲੈ ਸਕਦੇ ਹੋ। ਹੁਣ ਕਹਿੰਦੇ ਆ ਕਿ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਸੋ ਇਹ ਮੈਂ ਵੀ ਹਮੇਸ਼ਾ ਆਪਣੇ ਜਿਹੜੇ ਕਲਾਇੰਟਸ ਨੂੰ ਕਹਿੰਦਾ ਵੀ ਸਮਰੱਥਾ ਜ਼ਰੂਰ ਦੇਖੋ। ਇਉਂ ਨਹੀਂ ਕਿ ਕਿਸੇ ਨੇ ਇੰਨਾ ਵੱਡਾ ਘਰ ਬਣਾ ਲਿਆ ਤੇ ਮੇਰਾ ਕਿਉਂ ਨਹੀਂ, ਕਿਸੇ ਕੋਲ ਏਡੀ ਗੱਡੀ ਹੈ ਮੇਰੇ ਕੋਲ ਨਹੀਂ, ਹੋ ਜਾਏਗੀ, ਪਰ ਥੋੜਾ ਸਬਰ ਸੰਤੋਖ ਤੇ ਸਹਿਜ ਸਾਡੇ ਲਈ ਬੜਾ ਜ਼ਰੂਰੀ ਹੈ। ਸੋ ਤੁਸੀਂ ਅਗਲਾ ਕਦਮ ਇਹ ਚੁੱਕੋ ਕਿ ਆਪਣੇ ਕ੍ਰੈਡਿਟ ਨੂੰ ਬਿਲਡ ਕਰ ਲੈ। ਉਸ ਤੋਂ ਇਲਾਵਾ ਪੇਮੈਂਟਸ ਦੇਣ ਦੇ ਸਮਰੱਥ ਹੋਵੋ। ਇਉਂ ਵੀ ਨਾ ਹੋਵੇ ਕਿ ਰਾਤ ਨੂੰ ਨੀਂਦ ਨਾ ਆਵੇ, ਸਵੇਰੇ ਕੰਮ ਤੇ ਜਾਣਾ, ਉਹੀ ਸਿਲਸਿਲਾ ਚੱਲਦਾ ਰਹੇ। ਬੋਝ ਤਾਂ ਹੁੰਦਾ ਹੈ, ਬੋਝ ਤਾਂ ਜ਼ਰੂਰੀ ਹੈ, ਹਰੇਕ ਲਈ ਹੀ ਬੋਝ ਹੈ। ਜਦੋਂ ਅਸੀਂ ਕੈਨੇਡਾ 'ਚ ਆ ਗਏ ਹਾਂ ਤਾਂ ਜੇ ਕੋਈ ਕਵੇ ਕਰਜ਼ਾ ਹੈ ਨਹੀਂ ਤਾਂ ਇਹ ਝੂਠ ਬੋਲ ਰਿਹਾ। ਤੇ ਕਰਜ਼ਾ ਚੱਕਣ ਵਾਸਤੇ ਹੁੰਦਾ, ਇਹ ਕੋਈ ਐਸੀ ਗੱਲ ਨਹੀਂ। ਕਈ ਕਹਿਣਗੇ ਮੈਂ ਸਾਰਾ ਹੀ ਕਰਜ਼ਾ ਲਾ ਕੇ ਹੁਣ ਸੁਖੀ ਆ, ਫਿਰ ਕੋਈ ਹੋਰ ਸਮੱਸਿਆ ਆ ਜਾਏਗੀ। ਬਿਲਕੁਲ। ਸੋ ਇਸ ਕਰਕੇ ਉਹ ਵੀ ਠੀਕ ਹੈ, ਜਾਇਜ਼ ਵਾਜਬ ਹੋਵੇ। ਸੋ ਅਗਲਾ ਕਦਮ ਬੱਚਿਆਂ ਲਈ ਪੜ੍ਹਾਈ ਵੀ ਚਾਹੀਦੀ ਹੈ, ਉਹਨਾਂ ਲਈ ਹੋਰ ਪ੍ਰਬੰਧ ਵੀ ਕਰਨਾ। ਸੋ ਤੀਜੀ ਸਟੇਜ ਜਿਹੜੀ ਹੁੰਦੀ ਹੈ ਉਹ ਆਪਣੇ ਘਰ ਦੀ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਕੈਟਾਗਰੀਜ਼ ਹੁੰਦੀਆਂ। ਕਈ ਫਾਰਮ ਹਾਊਸ ਹੁੰਦੇ ਨੇ, ਹਾਊਸ ਵਿਦ ਏਕੜਸ ਹੁੰਦੇ ਨੇ, ਘਰ ਫਾਰਮਾਂ 'ਚ ਹੁੰਦੇ ਨੇ, ਕੰਟਰੀ ਲਾਈਫ ਵਾਸਤੇ ਪਸੰਦ ਕਰਦੇ ਨੇ, 1 2 ਏਕੜ 5-10 ਏਕੜ। ਕਈ ਵਾਰੀ ਬਲੂਬੇਰੀ ਫਾਰਮ ਹੈ ਜਾਂ ਹੋਰ ਪ੍ਰੋਡਕਸ਼ਨ ਲਈ। ਉਸ ਤੋਂ ਅੱਗੇ ਹੌਲੀ ਹੌਲੀ ਵੱਧਦਾ ਜਾਂਦਾ ਸਿਲਸਿਲਾ। ਪਰ ਸ਼ੁਰੂਆਤ ਜਿਹੜੀ ਹੈ, ਮੈਂ ਇਹੀ ਗੁਜ਼ਾਰਿਸ਼ ਕਰਦਾ ਹੁੰਦਾ ਕਿ ਤੁਸੀਂ ਪਹਿਲਾਂ ਇਹ ਦੇਖੋ ਕਿ ਜਿੱਥੇ ਤੁਹਾਡੇ ਬੱਚਿਆਂ ਦੇ ਸਕੂਲ ਨੇੜੇ ਨੇ, ਜਿੱਥੇ ਤੁਹਾਨੂੰ ਉਹ ਲੋਕੇਸ਼ਨ ਕੱਲ੍ਹ ਨੂੰ ਰੀਸੇਲ ਹੋ ਸਕਦੀ ਹੈ, ਜਾਂ ਇੱਕ ਵਾਰੀ ਨਹੀਂ ਅਸੀਂ ਉਸ ਨੂੰ ਅੱਗੇ ਵੀ ਵੇਚਣਾ। ਜਦੋਂ ਵੀ ਤੁਸੀਂ ਕੁਝ ਵੀ ਖਰੀਦਦੇ ਹੋ, ਇਹ ਨਾ ਦੇਖੋ ਕਿ ਮੇਰੀ ਚੁਆਇਸ ਹੀ ਸਿਰਫ ਹੈ ਕਿ ਮੈਨੂੰ ਇਹਦਾ ਢਾਂਚਾ ਸੋਹਣਾ ਲੱਗਿਆ। ਇਹ ਦੇਖੋ ਕਿ ਕੀ ਆਮ ਲੋਕਾਂ ਨੂੰ ਇਹੋ ਜਿਹਾ ਪਸੰਦ ਹੋਏਗਾ। ਕੱਲ ਨੂੰ ਜੇ ਮੈਨੂੰ ਵੇਚਣਾ ਪਵੇ ਤਾਂ ਮੈਂ ਇੱਥੇ ਸਟਕ ਤਾਂ ਨਾ ਹੋ ਜਾਵਾਂਗਾ, ਫਸ ਨਾ ਜਾਵਾਂਗਾ। ਸੋ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਗੌਰ ਕਰਨੀਆਂ ਬੜੀਆਂ ਜ਼ਰੂਰੀ ਨੇ ਜੀ। ਸੋ ਰੀਅਲਟਰ ਜਿਹੜਾ ਹੁੰਦਾ, ਇੱਕ ਰੀਅਲਟਰ ਦੀ ਜਿਹੜੀ ਲਾਈਫ ਹੈ ਉਹ ਕਾਮਯਾਬ ਕਿਵੇਂ ਮੰਨੀ ਜਾਂਦੀ ਹੈ? ਜਦੋਂ ਇੱਕ ਰੀਅਲਟਰ ਨੂੰ ਇਹ ਲੱਗਦਾ ਵੀ ਮੈਂ ਹੁਣ ਉਸ ਮੁਕਾਮ ਤੱਕ ਹੈਗਾ ਐਟਲੀਸਟ ਕਿ ਮੈਂ ਕਾਮਯਾਬ ਹੋ ਜਾਣਾ, ਨੋ ਡਾਊਟ ਮਿਹਨਤ ਸਭ ਤੋਂ ਵੱਡੀ ਪ੍ਰਾਇੋਰਟੀ ਹੁੰਦੀ ਹੈ, ਪਰ ਇੱਕ ਮਾਪਦੰਡ ਸੈੱਟ ਹੁੰਦਾ ਵੀ ਆਹ ਮਾਪਦੰਡ ਹੈਗਾ ਕਾਮਯਾਬ ਹੋਣ ਦਾ। ਮਾਪਦੰਡ ਤਾਂ ਸਭ ਤੋਂ ਵਧੀਆ ਇਹ ਹੈ ਕਿ ਜਿਹੜਾ ਰੀਅਲਟਰ ਸੁਸਾਇਟੀ ਦੇ ਵਿੱਚ ਕੰਮ ਕਰਦਾ, ਡੀਲਸ ਕਰਦਾ, ਉਹਦੇ ਡੀਲ ਕਰਨ ਤੋਂ ਮਗਰੋਂ ਕਲਾਇੰਟ ਉਹਨੂੰ ਲੱਭਦੇ ਨਾ ਫਿਰਨ ਗਿਆ ਕਿੱਥੇ। ਜੇ ਮਗਰ ਫਿਰਦੇ ਉਹਦਾ ਫੋਨ ਲੱਭੋ, ਸਾਨੂੰ ਤਾਂ ਫਸਾਤਾ, ਇਹਦਾ ਮਤਲਬ ਉਹਦਾ ਕੀਤਾ ਕਰਾਇਆ ਸਾਰਾ ਖੂਚ ਪੈ ਗਿਆ। ਕਾਮਯਾਬ ਉਹ ਹੈ ਕਿ ਜਿਹਦੇ ਬਾਰੇ ਬਾਅਦ 'ਚ ਵੀ ਕਹਿਣ ਯਾਰ ਜਾਣਾ ਤਾਂ ਉਹਦੇ ਕੋਲ ਹੀ ਜਾਓ। ਇਹ ਆ ਲੋਕਾਂ ਦਾ ਪਿਆਰ ਹੀ ਤੁਹਾਡੀ ਕਾਮਯਾਬੀ ਦਾ ਮਾਪਦੰਡ ਹੈ। ਠੀਕ ਹੈ, ਇਹ ਅਵਾਰਡ ਆ, ਜਿਹੜੇ ਸਨਮਾਨ ਆ, ਇਹ ਮਿਲਦੇ ਆ। ਇਹ ਸਾਰਿਆਂ ਤੋਂ ਵੱਡਾ ਜਿਹੜਾ ਸਨਮਾਨ ਹੈ ਭਾਈਚਾਰੇ ਵੱਲੋਂ ਤੁਹਾਨੂੰ ਪਿਆਰ ਦੇਣਾ। ਤੁਸੀਂ ਦੇਖੋ ਕਿ ਅਸੀਂ ਰੀਅਲਟਰ ਕਿਸੇ ਨੂੰ ਪ੍ਰਾਪਰਟੀ ਲੈ ਕੇ ਦਿੰਦੇ ਆ, ਸਾਨੂੰ ਕਮਿਸ਼ਨ ਮਿਲਦਾ ਹੈ। ਪਰ ਜਦੋਂ ਚੰਗੀ ਪ੍ਰਾਪਰਟੀ ਲੈ ਕੇ ਦਿੰਦੇ ਆ ਤਾਂ ਉਸ ਤੋਂ ਬਾਅਦ ਉਹ ਲੋਕ ਜਦੋਂ ਇਉਂ ਕਹਿੰਦੇ ਨੇ ਕਿ ਸਾਡਾ ਪਹਿਲਾ ਘਰ ਜਿਹੜਾ ਇਹਨਾਂ ਨੇ ਲੈ ਕੇ ਦਿੱਤਾ ਤੇ ਬਹੁਤ ਵਧੀਆ ਲੈ ਕੇ ਦਿੱਤਾ, ਉਹ ਜਿਹੜੀਆਂ ਬਲੈਸਿੰਗਸ ਨੇ ਆਪਣੇ ਬੱਚਿਆਂ ਨੂੰ ਵੀ ਦੱਸਦੇ ਨੇ, ਇਹ ਸੀਗੇ ਜਿਨ੍ਹਾਂ ਨੇ ਸਾਨੂੰ ਪਹਿਲੀ ਵਾਰੀ ਇੱਥੇ ਪ੍ਰਾਪਰਟੀ ਲੈ ਕੇ ਦਿੱਤੀ ਹੈ। ਉਹਦੇ ਵਰਗੀ ਰੀਸ ਨਹੀਂ। ਤੁਸੀਂ ਪੈਸੇ ਵੀ ਲਏ, ਪੁੰਨ ਵੀ, ਨਾਲੇ ਫਲੀਆਂ ਵੀ, ਇਦੋਂ ਵਧੀਆ ਕੀ ਚੀਜ਼ ਹੈ। ਪਰ ਇਹ ਹੈ ਕਿ ਇਹਦੇ ਵਾਸਤੇ ਥੋੜਾ ਜਿਹਾ ਬੰਦੇ ਨੂੰ ਜ਼ਿੰਮੇਵਾਰੀ ਦੇਖਣੀ ਚਾਹੀਦੀ ਹੈ। ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਹਰੇਕ ਤੋਂ ਥੋੜੀ ਬਹੁਤੀ ਕਿਤੇ ਨਾ ਕਿਤੇ ਮਾੜੀ ਮੋਟੀ ਘਾਟ ਰਹਿ ਜਾਂਦੀ ਹੈ। ਕੋਈ ਅੰਤਰਜਾਮੀ ਨਹੀਂ ਕਿ ਇੱਥੇ ਮਾਰਕੀਟ 'ਚ ਸਾਰੇ ਪ੍ਰਾਈਸ ਹਰ ਏਰੀਏ 'ਚ ਵਧਣੇ ਆ। ਕਲਾਇੰਟ ਨੂੰ ਕਈ ਵਾਰ ਤੁਸੀਂ ਚੰਗੀ ਚੀਜ਼ ਦਿਵਾਉਣੇ ਹੋ, ਪਰ ਕੋਈ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿ ਉਹਦੇ 'ਚ ਕੋਈ ਚੁਣੌਤੀਆਂ ਆ ਜਾਂਦੀਆਂ ਨੇ। ਉਹ ਤੁਹਾਡੀ ਇਮਾਨਦਾਰੀ ਤੇ ਸ਼ੱਕ ਨਾ ਹੋਵੇ, ਇਹ ਹੋਵੇ ਕਿ ਤੁਸੀਂ ਕੋਸ਼ਿਸ਼ ਚੰਗੀ ਕੀਤੀ ਹੈ। ਪਰ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਜੇ ਤੁਸੀਂ ਕਿਸੇ ਨੂੰ ਗਲਤ ਮਿਸਗਾਈਡ ਕਰੋਗੇ, ਇੱਕ ਅੱਧੀ ਵਾਰੀ ਤਾਂ ਚੱਲ ਜਾਏਗਾ। ਜੇ ਲੰਮੇ ਸਫ਼ਰ ਦੇ ਘੋੜੇ ਬਣਨਾ, ਜੇ ਕੰਟੀਨਿਊਸ ਐਵਰਗ੍ਰੀਨ ਜਿਹੜੇ ਕਹਿੰਦੇ ਸਦਾ ਬਹਾਰ ਰਹਿਣਾ, ਤਾਂ ਫਿਰ ਤੁਸੀਂ ਇਸ ਤਰ੍ਹਾਂ ਦੀਆਂ ਪੈੜਾਂ ਪਾਓ ਜਿਹੜੀਆਂ ਕਿ ਦੂਸਰੇ ਕਹਿਣ ਕਿ ਇਹੀ ਜਿਹੜੀ ਹੈ, ਇਹ ਸ਼ਖਸੀਅਤ ਹੈ, ਇਹ ਵਿਅਕਤੀ ਹੈ ਚੰਗਾ। ਸੋ ਮੈਨੂੰ ਲੱਗਦਾ ਆਹੀ ਸਭ ਤੋਂ ਵੱਡਾ ਇਹਦਾ ਮਾਪਦੰਡ ਹੈ। ਗੁਰਵਿੰਦਰ ਜੀ, 2022 ਚੜ ਗਿਆ, ਬੜੀਆਂ ਸਾਰੀਆਂ ਚੀਜ਼ਾਂ ਦੀ ਉਮੀਦ ਹੁੰਦੀ ਹੈ। ਜ਼ਾਹਿਰ ਜੀ ਗੱਲ ਹੈ ਕਿ ਘਰ ਲੈਣ ਵਾਲੇ, ਖਰੀਦਣ ਵਾਲੇ, ਰੀਅਲ ਏਸਟੇਟ ਦੀ ਮਾਰਕੀਟ ਦੇ ਵਿੱਚ ਵੀ ਬੜੀਆਂ ਸਾਰੀਆਂ 2022 ਦੇ ਵਿੱਚ ਉਮੀਦਾਂ ਹੋਣੀਆਂ। ਇਸ ਵੇਲੇ ਮਾਰਕੀਟ ਸਟੈਂਡ ਕਿੱਥੇ ਕਰ ਰਹੀ ਹੈ? 2022 ਦੇ ਵਿੱਚ ਕੁਝ ਚੰਗੀ ਉਮੀਦ ਕੀਤੀ ਜਾ ਸਕਦੀ ਹੈ? ਜਿੱਥੋਂ ਤੱਕ ਤਾਂ ਮਾਰਕੀਟ ਹੈ, ਕਈ ਵਾਰ ਇਹ ਖਿਆਲ ਵੀ ਹੁੰਦਾ ਕਿ ਪਿਛਲੇ ਲਗਾਤਾਰ 2 ਸਾਲਾਂ ਤੋਂ ਮਾਰਕੀਟ ਉੱਪਰ ਨੂੰ ਗਈ ਹੈ, ਸ਼ਾਇਦ ਹੁਣ ਰੁਕ ਜਾਏ, ਪਰ ਫਿਲਹਾਲ ਇਸ ਤਰ੍ਹਾਂ ਨਹੀਂ ਜਾਪਦਾ।
ਕਿਉਂਕਿ ਜਿਹੜੀ ਡਿਮਾਂਡ ਹੈ, ਮੰਗ ਹੈ, ਉਹ ਲਗਾਤਾਰ ਵੱਧ ਰਹੀ ਹੈ। ਕੋਵਿਡ ਕਰਕੇ ਅਜੇ ਵੀ ਬਹੁਤ ਸਾਰੇ ਦੇਸ਼ਾਂ 'ਚੋਂ ਲੋਕ ਅਜੇ ਨਹੀਂ ਇੱਥੇ ਆਏ। ਉਹ ਜਦੋਂ ਆ ਜਾਣਗੇ, ਆਮ ਕਰਕੇ ਲੋਕਾਂ ਦੇ ਖਿਆਲ ਵੀ ਨੇ ਹਾਂਗਕਾਂਗ ਤੋਂ ਜਾਂ ਵੱਖ-ਵੱਖ ਥਾਵਾਂ ਤੋਂ, ਈਵਨ ਇੰਡੀਆ ਤੋਂ, ਪੰਜਾਬ ਤੋਂ ਵੀ, ਜੇ ਹੁਣ ਇਮੀਗ੍ਰੈਂਟ ਵੀ ਬੈਠੇ ਨੇ, ਸਟੂਡੈਂਟਸ ਆ, ਕੱਲ ਨੂੰ ਉਹਨਾਂ ਨੇ ਵੀ ਤਾਂ ਇੱਥੇ ਆ ਕੇ ਵਸਣਾ। ਜੇ ਹੁਣ 1 ਮਿਲੀਅਨ ਦੇ ਕਰੀਬ ਫਾਈਲਾਂ ਜਿਹੜੀਆਂ ਜਾਂ ਇਸ ਲਾਈਨ 'ਚ ਲੱਗੇ ਹੋਏ ਨੇ, ਕਿਉਂਕਿ ਸਾਰਿਆਂ ਨੂੰ ਇਹ ਗੱਲ ਜਾਪਦੀ ਹੈ ਕਿ ਕੈਨੇਡਾ ਉਹਨਾਂ ਦੇ ਲਈ ਭਵਿੱਖ ਹੈ, ਕੋਈ ਸ਼ੱਕ ਵੀ ਨਹੀਂ। ਕੁਝ ਕੁ ਕਮੀਆਂ ਦੇ ਬਾਵਜੂਦ ਜੇ ਅਸੀਂ ਤੁਲਨਾਤਮਕ ਅਧਿਐਨ ਕਰੀਏ ਤਾਂ ਇਹ ਮੁਲਕ ਚੰਗਾ ਹੈ। ਕਾਰਨ ਇਹ ਹੈ ਕਿ ਇੱਥੇ ਲੋਕ ਆ ਰਹੇ ਨੇ, ਉਹਨਾਂ ਨੇ ਮਾਰਕੀਟ ਨੂੰ ਵਧਾਉਣਾ, ਮਾਰਕੀਟ ਵਧਣੀ ਹੈ, ਮਾਰਕੀਟ ਵਧੇਗੀ, ਪ੍ਰਾਪਰਟੀਜ਼ ਦੀਆਂ ਵੈਲਿਊ ਕਦੇ ਇੱਥੇ ਡਿੱਗੀਆਂ ਨਹੀਂ, ਕਦੇ ਇਸ ਤਰ੍ਹਾਂ ਦਾ ਨਹੀਂ ਆਇਆ। ਵੱਧ ਤੋਂ ਵੱਧ ਕੀ ਹੋ ਜਾਏਗਾ, ਹੋ ਸਕਦਾ ਹੈ ਕਿ ਜਦੋਂ ਪ੍ਰਾਈਸ ਕਾਫੀ ਜ਼ਿਆਦਾ ਵੱਧ ਜਾਂਦੇ ਆ ਤੇ ਉਹਨਾਂ ਦੇ ਵਿੱਚ ਥੋੜੀ ਖੜੋਤ ਆ ਜਾਂਦੀ ਹੈ ਵੀ ਹੋਰ ਨਾ ਵਧਣ, ਪਰ ਉਹਨਾਂ ਨੂੰ ਜੇ ਆਪਾਂ ਕਹੀਏ ਵੀ ਹੇਠਾਂ ਨੂੰ ਘਟਦੇ ਕਰਮਸਾਰ ਵਾਲੀ ਗੱਲ ਨਹੀਂ ਹੁੰਦੀ। ਸੋ ਇਸ ਕਰਕੇ ਜੇਕਰ ਸੰਭਵ ਹੋਵੇ, ਜੇਕਰ ਤੁਹਾਨੂੰ ਤੁਹਾਡੀ ਪਾਕਟ ਇਜਾਜ਼ਤ ਦੇਵੇ ਤਾਂ ਇਹ ਨਾ ਉਡੀਕੋ ਕਿ 4 ਮਹੀਨੇ ਬਾਅਦ ਕੀਮਤ ਘਟੇਗੀ ਤੇ ਮੈਂ ਉਦੋਂ ਲੈ ਲਵਾਂਗਾ। ਅੱਜ ਤੁਸੀਂ ਧਿਆਨ ਨਾਲ ਵਿਚਾਰ ਕੇ, ਠੁੱਕ ਵਜਾ ਕੇ ਚੰਗੀ ਤਰ੍ਹਾਂ ਫਿਰ ਕਦਮ ਚੱਕ ਲਓ, ਕਿਉਂਕਿ ਇਹ ਜਿਹੜੀ ਦੇਰ ਹੈ ਕਈਆਂ ਨੂੰ ਬੜੇ ਨੁਕਸਾਨਦੇਹ ਸਾਬਤ ਹੋਈ ਹੈ। ਕਈ ਇਉਂ ਵੀ ਕਰਦੇ ਨੇ ਕਿ ਪ੍ਰਾਪਰਟੀਆਂ ਵੇਚ ਦਿੰਦੇ ਨੇ, ਖਰੀਦਣ ਵੇਲੇ ਉਹਨਾਂ ਦੀ ਚੋਣ ਜਿਹੜੀ ਹੈ ਨਹੀਂ ਬਣਦੀ, ਉਹ ਵੀ ਇੱਕ ਦੁਵਿਧਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਤੁਸੀਂ ਇਸ ਕਾਬਲ ਹੋਵੋ ਤਾਂ ਤੁਸੀਂ ਉਸ ਦੇ ਮੁਤਾਬਕ ਕਦਮ ਚੁੱਕੋ। ਜੀ ਧਾਲੀਵਾਲ ਜੀ, ਫਿਊਚਰ ਕੀ ਹੈ ਰੀਅਲ ਏਸਟੇਟ ਦੀ ਦੁਨੀਆ ਦਾ? ਫਿਊਚਰ ਦੇ ਵਾਸਤੇ ਮੈਂ ਇੰਨਾ ਕਹਿ ਸਕਦਾ ਕਿ ਜਦੋਂ ਤੁਸੀਂ ਬਤੌਰ ਰੀਅਲਟਰ ਕੰਮ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਲੈਂਡ ਵੈਲਿਊ ਆ, ਜ਼ਮੀਨ ਦੀ ਕੀਮਤ ਹੈ, ਉਹ ਕਦੇ ਨਹੀਂ ਘਟਦੀ। ਡੈਪਰੀਸੀਏਸ਼ਨ ਕੀ ਹੁੰਦੀ ਹੈ ਬਿਲਡਿੰਗ ਦੀ? ਜਿਸ ਤਰ੍ਹਾਂ ਕੋਈ ਇਮਾਰਤ ਹੈ 5, 7, 10 ਸਾਲ ਬਾਅਦ ਉਹ ਥੱਲੇ ਆ ਜਾਂਦੀ ਹੈ, ਪਰ ਜਿਹੜੀ ਜ਼ਮੀਨ ਦੀ ਵੈਲਿਊ ਉਹ ਨਹੀਂ ਘਟਦੀ। ਸੋ ਰੀਅਲ ਸਟੇਟ ਦਾ ਫਿਊਚਰ ਜਿਹੜਾ ਹੈ ਹਮੇਸ਼ਾ ਹੀ ਉੱਪਰ ਨੂੰ ਉੱਠਦਾ ਰਿਹਾ, ਹੁਣ ਵੀ ਉੱਠੇਗਾ, ਕੋਈ ਸ਼ੱਕ ਨਹੀਂ। ਪਰ ਹਾਂ, ਗੱਲ ਇੱਥੇ ਹੈ ਕਿ ਕਿੱਥੇ ਇਨਵੈਸਟਮੈਂਟ ਕਰਨੀ ਹੈ। ਕਈ ਵਿਅਕਤੀ ਇਹ ਸੋਚਦੇ ਨੇ ਕਿ ਜੀ 100 ਮਾਈਲਸ ਤੋਂ ਅੱਗੇ ਇੱਕ ਥਾਂ ਹੈ, ਉੱਥੇ 5000 ਏਕੜ ਮਿਲਦੇ ਨੇ ਜੀ 5 ਲੱਖ ਨੂੰ। ਜੇ ਤਾਂ ਅਸੀਂ ਪੰਜਾਬ ਜਾ ਕੇ ਦੱਸਣਾ ਹੈ ਕਿ ਜੀ ਫਲਾਣੇ, ਹਾਂਜੀ ਕਿਵੇਂ ਆ ਗਰਚਾ ਸਿਓ, ਸਾਡੇ ਕੋਲ 10,000 ਏਕੜ ਨੇ ਕੈਨੇਡਾ 'ਚ, ਇਹ ਨਹੀਂ ਵੀ ਕਿੱਥੇ ਨੇ, ਤੇ ਉਹ ਤਾਂ ਹੋ ਸਕਦਾ ਬੱਲੇ ਬੱਲੇ, ਪਰ ਉੱਥੇ ਨਾ ਕੋਈ ਆਵੇ ਤੇ ਨਾ ਜਾਵੇ, ਨਾ ਕੀਮਤ ਵਧੇ। ਜਿੱਥੇ ਤੁਸੀਂ, ਜਿਸ ਏਰੀਏ 'ਚ ਤੁਹਾਡੀ ਪਕੜ ਹੈ, ਜਿੱਥੇ ਤੁਸੀਂ ਰਹਿੰਦੇ ਹੋ, ਜ਼ਿੰਦਗੀ 20, 40, 50, 60 ਸਾਲ ਜਿੰਨੀ ਵੀ ਹੈ ਗੁਜ਼ਾਰਨੀ ਹੈ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ। ਜਿਹੜੀ ਚੀਜ਼ ਤੱਕ ਤੁਹਾਡੀ ਪਹੁੰਚ ਹੀ ਨਹੀਂ, ਉੱਥੇ ਤੁਸੀਂ ਲੈ ਲੈ ਕੇ ਰੱਖੀ ਜਾਓ। ਉੱਥੇ ਇਨਵੈਸਟ ਕਰੋ ਜਿੱਥੇ ਤੁਹਾਡੀ ਪਕੜ ਹੈ, ਜਿਹੜੇ ਤੁਹਾਡੇ ਦਾਇਰੇ 'ਚ ਹੈ। ਕਿਸੇ ਨੂੰ ਕੀ ਦੇਖਣਾ, ਨਾ ਹੀ ਇਹ ਕੋਈ ਰੇਸ ਹੈ ਬਈ ਕਿਸੇ ਤੋਂ ਜਿੱਤਣੀ ਹੈ। ਸੋ ਆਪਣੀ ਸਹੂਲਤ ਤੇ ਆਪਣੀ ਲੋੜ, ਇਹਨਾਂ ਦੋਨਾਂ ਗੱਲਾਂ ਨੂੰ ਦੇਖੋ। ਜ਼ਿੰਦਗੀ ਸਾਵੀਂ ਪੱਧਰੀ ਹੋਵੇ, ਪਰ ਉਹਦੇ 'ਚ ਇਉਂ ਹੋਵੇ ਕਿ ਤੁਸੀਂ ਆਪ ਵੀ, ਆਪਣੀ ਅਗਲੀ ਪੀੜ੍ਹੀ ਲਈ ਵੀ ਕੁਝ ਖਰੀਦ ਜਾਓ। ਜਿਵੇਂ ਚੁਣੌਤੀਆਂ ਆ ਰਹੀਆਂ ਜਾਂ ਜਿਸ ਤਰ੍ਹਾਂ ਦੇ ਮੁਸ਼ਕਲਾਂ ਆ ਰਹੀਆਂ, ਉਸ ਤੋਂ ਬਾਅਦ ਕਈ ਵਾਰੀ ਇਉਂ ਜਾਪਦਾ ਹੈ ਕਿ ਅਗਲੀ ਪੀੜ੍ਹੀ ਨੂੰ ਇੱਕ ਅਪਾਰਟਮੈਂਟ, ਕੌਂਡੋ ਜਾਂ ਉਹਨਾਂ ਨੂੰ ਟਾਊਨ ਹਾਊਸ ਖਰੀਦਣ ਲਈ ਵੀ ਦਿੱਕਤ ਆ ਸਕਦੀ ਹੈ। ਸੋ ਇਸ ਕਰਕੇ ਹੁਣ ਜੇ ਅਸੀਂ ਇਨਵੈਸਟਮੈਂਟ ਕਰ ਲੈਂਦੇ ਹਾਂ ਥੋੜ੍ਹੀ ਬਹੁਤੀ, ਤਾਂ ਉਹ ਚੰਗੀ ਗੱਲ ਹੋਏਗੀ। ਜੀ, ਸੋ ਗੁਰਵਿੰਦਰ ਜੀ, ਦੇ ਨਾਲ ਨਾਲ ਯੰਗ ਜਨਰੇਸ਼ਨ ਕਿਵੇਂ, ਕਾਫੀ ਰੁਝਾਨ ਹੋ ਰਿਹਾ ਯੰਗ ਜਨਰੇਸ਼ਨ ਦਾ, ਇੱਧਰ ਨੂੰ ਆ ਰਹੀ ਹੈ, ਕੀ ਚੱਲ ਰਿਹਾ? ਥੋੜ੍ਹਾ ਜਿਹਾ ਫਰਕ ਹੈ। ਜਿਵੇਂ ਨੌਜਵਾਨ ਪੀੜ੍ਹੀ ਹੈ, ਉਹ ਬਹੁਤੇ ਦਿਮਾਗ ਤੇ ਬੋਝ ਨਹੀਂ ਲੈਣਾ ਚਾਹੁੰਦੀ। ਬਿਲਕੁਲ, ਹਾਂ। ਜਿਸ ਤਰ੍ਹਾਂ ਲਾਈਫ ਸਟਾਈਲ, ਸਾਡੇ ਲੋਕ ਤਾਂ ਇਸ ਤਰ੍ਹਾਂ, ਅਸੀਂ ਇੱਕ ਮਿਹਨਤੀ ਖਿਆਲ ਵਾਲੇ, ਸਾਰੀਆਂ ਚੀਜ਼ਾਂ ਡਿਵੋਟ ਕੀਤੀਆਂ। ਅਸੀਂ ਤਾਂ ਕਹਿੰਦੇ ਵੀ ਜਿਹੜੇ ਕੰਮ ਨੂੰ ਪੈ ਜਾਓ ਬਸ, ਫਿਰ ਉਹਨੂੰ ਐਨ ਸਿਰੇ ਤੱਕ ਲਾ ਕੇ ਹਟਦੇ ਆ। ਬਿਲਕੁਲ। ਜਿਹੜੇ ਨੌਜਵਾਨ ਪੀੜ੍ਹੀ ਹੈ, ਉਹਨਾਂ ਦੀ ਜ਼ਿੰਦਗੀ ਕਈ ਗੱਲਾਂ ਤੋਂ ਚੰਗੀ ਵੀ ਹੈ। ਉਹ ਕਹਿੰਦੇ 7 ਚੋਂ 5 ਦਿਨ ਕੰਮ ਕਰੋ, 5 ਦਿਨ ਦੇ ਵਿੱਚੋਂ ਵੀ ਇੰਨੇ ਘੰਟੇ ਕੰਮ ਕਰੋ, ਪਿੱਛੇ ਬੈਕਯਾਰਡ ਘਰ ਦੇ ਵਿੱਚ ਹੋਵੇ ਨਾ ਹੋਵੇ, ਉਹਨਾਂ ਨੂੰ ਕੋਈ ਵਾਸਤਾ ਨਹੀਂ। ਉਹ ਕਹਿੰਦੇ ਕਿਹਨੇ ਘਾਹ ਕੱਟਣਾ, ਕਿਹਨੇ ਸਫਾਈ ਕਰਨੀ, ਸਾਡੇ ਲਈ ਨਾ ਹੋਵੇ। ਸਾਡੇ ਤਾਂ ਜਿਹੜੇ ਆਮ ਬਾਇਰ ਨੇ, ਖਰੀਦਦਾਰ ਨੇ, ਉਹ ਕਹਿੰਦੇ ਨੇ ਜੀ ਉਹ ਦੇਖੋ ਜਿਹਦੇ ਪਿੱਛੇ ਬੈਕਯਾਰਡ ਬੜੀ ਵਧੀਆ ਹੈ। ਮੈਂ ਕਿਹਾ ਤੁਸੀਂ ਤਾਂ ਦੇਖਦੇ ਹੋ, ਪਰ ਅਗਲਿਆਂ ਨੇ ਜਿਹੜਾ ਬਹੁਤਾ ਨਹੀਂ ਇਹਦਾ ਖਿਆਲ ਕਰਨਾ, ਉਹ ਕਹਿੰਦੇ ਜੀ ਇਦੋਂ ਚੰਗਾ ਵੀ ਕੋਈ ਅਪਾਰਟਮੈਂਟ ਹੀ ਲੈ ਦਿਓ, ਅਸੀਂ ਖੁਸ਼ ਹਾਂ। ਸੋ ਉਹਨਾਂ ਨੇ ਇਸ ਪਾਸਿਓਂ ਥੋੜਾ ਸੀਮਤ ਹੋਣ ਦੀ ਸੋਚ ਹੈ। ਅਨਲੈਸ ਕੋਈ ਇੱਕ ਖੇਤਰ ਹੀ ਅਪਣਾ ਲਵੇ ਵੀ ਮੈਂ
ਡਿਵੈਲਪਰ ਬਣਨਾ, ਬਿਲਡਰ ਬਣਨਾ, ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਆਉਣਾ, ਉਹ ਵੱਖਰੀ ਗੱਲ ਹੈ। ਪਰ ਜ਼ਿਆਦਾਤਰ ਸੋਚ ਇਹੀ ਹੁੰਦੀ ਹੈ ਕਿ ਅਸੀਂ ਸਰਦਾਰਦੀ ਬਹੁਤ ਹੀ ਨਹੀਂ ਲੈਣੀ। ਹਾਂ, ਚੰਗੀ ਗੱਲ ਹੈ ਕਿ ਮਾਪੇ ਉਹਨਾਂ ਨੂੰ ਕੁਝ ਨਾ ਕੁਝ ਇੰਨਾ ਕਿ ਇੱਕ ਦਾ ਅਪਾਰਟਮੈਂਟ ਲੈ ਕੇ ਰੱਖ ਲੈਣ, ਦਿੱਤਾ ਜਾਏ, ਹਰੇਕ ਕੋਲੇ ਹੋਵੇ। ਪਰ ਮੈਂ ਫਿਰ ਉੱਥੇ ਵੀ ਕਹਿੰਦਾ ਵੀ ਪਹਿਲਾਂ ਉਹਨਾਂ ਨੂੰ ਇਸ ਕਾਬਲ ਬਣਾ ਲਓ। ਸਭ ਤੋਂ ਪਹਿਲਾਂ ਉਹਨਾਂ ਲਈ ਐਜੂਕੇਸ਼ਨ ਮੁਹੱਈਆ ਕਰੋ, ਪੜ੍ਹਾਈ ਮੁਹੱਈਆ ਕਰੋ। ਇਹ ਬਣ ਜਾਣਗੀਆਂ ਸਾਰੀਆਂ ਚੀਜ਼ਾਂ। ਪਰ ਉਹਨਾਂ ਦੀ ਜੇ ਜ਼ਿੰਦਗੀ 'ਚ ਟਾਈਮ ਨਹੀਂ ਆਉਣਾ ਤਾਂ ਉਹ ਨਹੀਂ ਆਉਣਾ ਕਿ ਚੰਗੀ ਐਜੂਕੇਸ਼ਨ ਨਹੀਂ ਦਿੱਤੀ। ਪੈਸੇ ਜਿੰਨੇ ਮਰਜ਼ੀ ਪਰੋਸ ਕੇ ਦੇ ਦਿਓ, ਪਰ ਜੇ ਉਹਨਾਂ ਨੂੰ ਉਹ ਨਾ ਮਿਲਿਆ ਤਾਂ ਉਹ ਬਾਅਦ ਦੇ ਵਿੱਚ ਇਸੇ ਗੱਲ ਨੂੰ ਜਤਾਉਂਦੇ ਰਹਿਣਗੇ। ਚੰਗਾ ਉਹਨਾਂ ਤੇ ਖਰਚੋ, ਉਹਨਾਂ ਨੂੰ ਇਸ ਕਾਬਲ ਬਣਾ ਦਿਓ। ਬਾਕੀ ਉਹਨਾਂ ਦੀ ਜਿਹੜੀ ਪਹੁੰਚ ਜਾਂ ਉਹਨਾਂ ਦੇ ਅੰਦਰ ਖਿੱਚ ਹੈ, ਮੈਂ ਹੁਣ ਤੱਕ ਇਹੀ ਨੋਟ ਕੀਤਾ, ਉਹ ਵੱਡਿਆਂ ਵਾਂਗੂ ਨਹੀਂ ਹੈ ਕਿ ਅਸੀਂ ਜ਼ਿਆਦਾ 5-5 4-4 ਘਰ ਵੀ ਬਣਾ ਲਈਏ ਫਿਰ ਰੈਂਟ ਤੇ ਦੇ ਲਈਏ। ਉਹਨੂੰ ਤਾਂ ਕਈ ਵਾਰੀ ਇਹ ਹੁੰਦਾ, ਜੇ ਕੋਈ ਦੱਸੋ ਵੀ ਇੰਡੀਆ ਤੁਹਾਡੇ ਇੰਨੇ ਏਕੜ ਨੇ ਤੇ ਉੱਥੇ ਆਂਢ ਗੁਆਂਢ ਵਾਲੇ ਜਾਂ ਸ਼ਰੀਕੇ ਵਾਲੇ ਉਹਦੇ ਅੱਖ ਰੱਖੀ ਬੈਠੇ ਹੁੰਦੇ ਨੇ। ਤੇ ਬਹੁਤ ਘਟਨਾਵਾਂ ਹੋਈਆਂ। ਉਹ ਜਦੋਂ ਉੱਥੇ ਜਾਂਦੇ ਨੇ, ਇੱਕ ਦੋ ਵਾਰੀ ਕਿਸੇ ਨੇ ਦਬਕੇ ਮਾਰੇ, ਇੱਥੋਂ ਦੇ ਜਵਾਕ ਕਹਿੰਦੇ ਸਾਨੂੰ ਲੋੜ ਨਹੀਂ, ਸਾਨੂੰ ਆਪਣੀ ਜਾਨ ਪਿਆਰੀ ਹੈ, ਜਿਹੜਾ ਦਬਦਾ ਦਬ ਲਵੇ। ਤੇ ਉਹ ਮਾਪੇ ਵਿਚਾਰੇ ਰੋਂਦੇ ਰਹਿੰਦੇ ਨੇ, ਸਾਡੀ ਇੰਨੀ ਬਣਾਈ ਸੀ। ਸੋ ਮੈਂ ਕਹਿੰਦਾ ਵੀ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ। ਸੋ ਇਸ ਲਿਹਾਜ਼ ਦੇ ਨਾਲ ਹੁਣ ਕਿਵੇਂ ਸੋਚਿਆ ਜਾਵੇ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਇੱਧਰ ਨੂੰ ਰੁਝਾਨ ਰੱਖਦੇ ਨੇ ਰੀਅਲ ਏਸਟੇਟ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਫੀਮੇਲ ਬਹੁਤ ਵੱਡੀ ਕੈਟਾਗਰੀ ਦੇ ਵਿੱਚ ਇੱਧਰ ਨੂੰ ਆ ਰਹੀਆਂ ਨੇ। ਉਹਨਾਂ ਨੂੰ ਵੀ ਸੇਫ ਲੱਗਣ ਲੱਗ ਗਈ ਹੈ ਲਾਈਨ। ਇਸ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਵੀ ਨਜ਼ਰ ਆਉਂਦੀ ਹੈ। ਸੋ ਐਜ਼ ਕੰਪੈਰੀਟਿਵ ਟੂ ਮੇਲ ਔਰ ਫੀਮੇਲਸ, ਇਹ ਤੁਸੀਂ ਤਜਰਬਾ ਜਿਹੜਾ ਹੈ ਕਿਵੇਂ ਦਾ ਦੇਖਦੇ ਹੋ? ਇਹਦੇ 'ਚ ਆਵਾਂ ਵੀ ਜਿਸ ਦੇ ਅੰਦਰ ਯੋਗਤਾ ਹੈ। ਹੁਣ ਮੇਰੇ ਸਾਹਮਣੇ ਸ਼ਹਿਰੀ ਬੈਠੀ ਹੈ, ਗੱਲਬਾਤ ਕਰਨ ਦਾ ਇੰਨਾ ਵਧੀਆ ਸਲੀਕਾ, ਆਪਣੇ ਅੰਦਰ ਜੋ ਭਾਵਨਾ ਹੈ ਉਹਨੂੰ ਸਹੀ ਢੰਗ ਨਾਲ ਪੇਸ਼ ਕਰਨ ਦਾ। ਹੁਣ ਜੇ ਇੱਕ ਰਾਈਟਰ ਵੀ ਬੈਠੀ ਹੋਵੇ ਤੇ ਫਿਰ ਮੰਜ਼ਿਲਾਂ ਤੈਅ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ। ਸੋ ਇਹੀ ਗੱਲ ਹੈ ਕਿ ਫੀਮੇਲ ਖੇਤਰ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਲੇਡੀਜ਼ ਜਾਂ ਜਿਹੜੀਆਂ ਲੜਕੀਆਂ ਨੇ, ਜਿਨ੍ਹਾਂ ਦੇ ਅੰਦਰ ਨਿਮਰਤਾ, ਰਿਸਪੈਕਟ ਤੇ ਪੈਸ਼ਨ, ਚਾਹ, ਖੁਸ਼ੀ ਹੈ, ਉਹ ਬਹੁਤ ਕਾਮਯਾਬ ਹੁੰਦੀਆਂ ਨੇ। ਹਾਲਾਂਕਿ ਕਈ ਵਾਰ ਦੇਰ ਸਵੇਰ ਘਰ ਪ੍ਰਾਪਰਟੀ ਦਿਖਾਉਣੀ ਹੈ, ਥੋੜਾ ਜਿਹਾ ਹੁੰਦੀ ਹੈ ਕਿਉਂਕਿ ਔਰਤਾਂ ਨੇ ਘਰਾਂ ਨੂੰ ਵੀ ਸੰਭਾਲਣਾ ਹੁੰਦਾ, ਉਹ ਵੀ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ ਕਿਤੇ ਨਾ ਕਿਤੇ। ਹਾਂ, ਇਹਦੇ ਬਾਵਜੂਦ ਇਹ ਉਹਨਾਂ ਦੀ ਬੰਦਿਆਂ ਤੋਂ ਜ਼ਿਆਦਾ ਪ੍ਰਾਪਤੀ ਹੈ ਕਿ ਉਹ ਨਾਲ ਇਸ ਫੀਲਡ ਨੂੰ ਵੀ ਜਿਹੜਾ ਹਾਸਲ ਕਰਦੀ ਹੈ। ਮੈਂ ਕਹਿੰਦਾ ਜੇ ਇੱਕ ਫੀਮੇਲ ਵੱਡੀ ਮੰਜ਼ਿਲ ਤੇ ਪਹੁੰਚਦੀ ਹੈ ਤਾਂ ਉਹ ਦੁੱਗਣੇ ਮਾਣ ਸਤਿਕਾਰ ਦੀ ਪਾਤਰ ਹੈ। ਪਰ ਹਾਂ, ਇਸ ਫੀਲਡ ਦੇ ਵਿੱਚ ਜਿਹੜੇ ਆਪਣੇ ਜਿਨ੍ਹਾਂ ਦੇ ਵਿੱਚੋਂ ਲੜਕੀਆਂ ਜਾਂ ਔਰਤਾਂ ਜਿੰਨੀਆਂ ਵੀ ਆ ਰਹੀਆਂ ਨੇ, ਉਹਨਾਂ ਨੇ ਬੜਾ ਹਾਸਲ ਕੀਤਾ, ਬਹੁਤ ਕੁਝ। ਸੋ ਇੰਨਾ ਜ਼ਰੂਰ ਹੈ ਕਿ ਜਿਹੜਾ ਵੀ ਹੋਵੇ, ਮਰਦ ਹੋਵੇ ਜਾਂ ਔਰਤ ਹੋਵੇ, ਰੀਅਲ ਸਟੇਟ ਦਾ ਫੀਲਡ ਬਿਹਤਰੀਨ ਹੈ, ਬੜਾ ਵਧੀਆ ਹੈ। ਸਿਰਫ ਇੱਕੋ ਹੀ ਗੱਲ ਹੈ ਕਿ ਇਹ ਉਹ ਕੰਮ ਨਾ ਹੋਵੇ ਜਿਵੇਂ ਆਮ ਕਰਕੇ ਕਹਿੰਦੇ ਰੀਅਲਟਰ ਕਮਿਸ਼ਨ ਲਈ ਕੰਮ ਕਰਦੇ ਨੇ ਤੇ ਉਹਨੂੰ ਲਾਗੀਆਂ ਵਾਲੀ ਗੱਲ ਉਹਨਾਂ ਤੇ ਕਈ ਵਾਰ ਲਾਗੂ ਵੀ ਕਰ ਦਿੰਦੇ ਨੇ। ਕਈ ਵਾਰ ਤੁਹਾਨੂੰ ਇਉਂ ਵੀ ਲੱਗਦਾ ਕਿਉਂਕਿ ਇਹਦੇ 'ਚ ਇੱਕ ਤੁਹਾਡੇ ਅੰਦਰ ਸਹਿਣ ਸ਼ਕਤੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ। ਕਈ ਵਾਰ ਅਗਲਾ ਤੁਹਾਨੂੰ ਬੋਲ ਚਾਲ ਚੋਂ ਕਰਦਾ ਕਿ ਇੰਡੀਆ 'ਚ ਇਹਨੂੰ ਸ਼ਬਦ ਵਰਤਿਆ ਜਾਂਦਾ ਪ੍ਰਾਪਰਟੀ ਡੀਲਰ, ਤੇ ਡੀਲਰ ਦੇ ਵਾਸਤੇ ਸਾਡੇ ਸ਼ਬਦ ਪੰਜਾਬੀ 'ਚ ਬੜੇ ਕੁਰਖਤ ਜਿਹੇ ਸ਼ਬਦ ਨੇ। ਕਈ ਵਾਰ ਕੋਈ ਦਲਾਲ ਕਿਸੇ ਨੂੰ ਕਹਿੰਦਾ, ਕੋਈ ਕਹਿੰਦਾ ਵੀ ਇਹ ਡੀਲ ਕਰਦਾ ਡੀਲਰ। ਇੱਥੇ ਰੀਅਲ ਸਟੇਟ ਰਿਪਰੈਜ਼ੈਂਟੇਟਿਵ, ਟ੍ਰੇਡਿੰਗ ਸਰਵਿਸਿਜ਼ ਫਲਾਂ ਬੜੇ ਰਿਸਪੈਕਟਫੁਲ। ਉਹ ਜਿਹੜੇ ਉੱਥੋਂ ਕਈ ਵਾਰੀ ਸੋਚਦੇ ਤਿੱਖੇ ਜਿਹੇ ਸ਼ਬਦਾਂ ਨੂੰ ਸਾਹਮਣਾ ਕਰਦੇ, ਉਹ ਕਹਿੰਦੇ ਕਿੱਦਾਂ ਬੋਲਦਾ। ਮੈਂ ਕਈ ਵਾਰੀ ਕਹਿੰਦਾ ਉਹਨੂੰ ਵੀ ਸਹਿ ਲਓ, ਬਰਦਾਸ਼ਤ ਕਰ ਲਓ, ਇਹਨੂੰ ਪਿਆਰ ਨਾਲ ਦੱਸੋ ਵੀ ਆਹ ਫੀਲਡ ਥੋੜਾ ਇੱਥੇ ਜਿਹੜਾ ਹੈ ਇਹਦੀ ਰਿਸਪੈਕਟ ਹੈ। ਉੱਥੇ ਤਾਂ ਥੋੜਾ ਇਸ ਤਰ੍ਹਾਂ ਹੈ ਵੀ ਸਾਨੂੰ ਪਤਾ ਹੀ ਹੈ ਉੱਥੇ ਬਹੁਤ ਸਾਰੇ ਫੀਲਡ ਆ ਜਿਨ੍ਹਾਂ ਨੂੰ ਅਸੀਂ ਚੰਗਿਆਂ ਨੂੰ ਵੀ ਇਸ ਤਰ੍ਹਾਂ ਹੈਂਡਲ ਕਰਦੇ, ਜਿਹੜਾ ਕਿ ਬਹੁਤਾ ਵਧੀਆ ਨਹੀਂ। ਸੋ ਸਹਿਣ ਸ਼ਕਤੀ ਜ਼ਰੂਰੀ ਹੈ। ਤੁਹਾਨੂੰ ਕਈ ਵਾਰ ਬੰਦਾ ਜਿਹੜਾ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਹਿ ਦਿੰਦਾ ਜਿਹੜੀਆਂ ਗੱਲਾਂ ਤੁਸੀਂ ਉਸ ਵੇਲੇ ਸਬਰ ਨਾਲ ਸੁਣੋ, ਬਾਅਦ ਦੇ ਵਿੱਚ ਉਹਨੂੰ ਪਿਆਰ ਨਾਲ ਸਮਝਾਓ। ਇਉਂ ਨਹੀਂ ਠਾਹ ਸੋਟਾ ਮਾਰ ਕੇ ਨਾਲ ਹੀ। ਤੇ ਉਹ ਰੀਅਲਟਰ ਜਿਹੜਾ ਉਹ, ਕਿਉਂਕਿ ਜਿਹੜਾ ਵੀ ਕਲਾਇੰਟ ਹੈ ਨਾ, ਉਹ ਇੱਕ ਨੌਲੇਜ ਉਹਦੇ ਕੋਲ ਚਾਹੇ ਥੋੜੀ ਹੋਵੇ, ਉਹ ਜਦੋਂ ਤੁਹਾਡੇ ਕੋਲੇ ਆਉਂਦਾ ਉਹ ਦਾਅਵਾ ਕਰਦਾ ਕਿ ਮੇਰੀ ਈਗੋ ਨੂੰ ਸੱਟ ਨਾ ਵੱਜੇ, ਕਿਉਂਕਿ ਮੈਂ ਇਹਦੇ ਕੋਲ ਆਇਆ। ਉਹ ਪਹਿਲਾਂ ਆਪਣਾ ਦੱਸੂਗਾ, ਉਹਨੂੰ ਸੁਣੀ ਜਾਓ, ਉਹਨੂੰ ਬਾਅਦ 'ਚ ਦੱਸੋ ਬਈ ਆਹ ਵਧੀਆ। ਜੇ ਤੁਸੀਂ ਆਪਣੀ ਸਿਆਣਪ ਉਹਦੇ ਤੇ ਦੱਸਣ ਲੱਗੋ ਤਾਂ ਉਹ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਸਾਹਮਣੇ ਵਾਲਾ ਮੇਰੇ ਤੋਂ ਜ਼ਿਆਦਾ ਸਿਆਣਾ ਹੈ। ਸੋ ਇਹ ਚੀਜ਼ ਜਿਹੜੀ ਹੈ ਇਹ ਵੱਖਰੀ ਹੈ। ਪਰ ਫਿਰ ਵੀ ਮੈਂ ਇਹ ਕਹਿਣਾ ਕਿ ਇਹ ਖੇਤਰ ਇੱਕ ਚੰਗਾ ਖੇਤਰ ਹੈ ਜੇਕਰ ਅਸੀਂ ਇਹਨੂੰ ਚੰਗਾ ਰਹਿਣ ਦਈਏ। ਬਿਲਕੁਲ। ਸੋ ਐਜ਼ ਅ ਰੀਅਲਟਰ, ਇੱਕ ਕਾਮਯਾਬ ਰੀਅਲਟਰ ਹੋਣ ਦੇ ਨਾਤੇ ਤੁਸੀਂ ਜਿਹੜੀ ਹੈ ਸਾਰਿਆਂ ਨੂੰ ਕੀ ਸਲਾਹ ਦੇਣੀ ਚਾਹੋਗੇ, ਜਿਹਦਾ ਸਭ ਤੋਂ ਜ਼ਿਆਦਾ ਖਿਆਲ ਇਸ ਦੁਨੀਆ ਦੇ ਵਿੱਚ ਜਿਹੜੇ ਨਵੇਂ ਆਉਣ ਵਾਲੇ ਨੇ ਜਾਂ ਇਸ ਇੰਡਸਟਰੀ ਦੇ ਵਿੱਚ, ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਦਾ ਸੋਚ ਵਿਚਾਰ ਰੱਖ ਰਹੇ ਨੇ, ਕੀ ਸਲਾਹ ਉਹਨਾਂ ਸਾਰਿਆਂ ਨੂੰ ਦੇਣਾ ਚਾਹੋਗੇ?
ਪਹਿਲੀ ਗੱਲ ਤਾਂ ਇਹ ਹੈ ਕਿ ਜੀ ਵਧੀਆ ਇਨਸਾਨ ਬਣੀਏ, ਸਭ ਤੋਂ ਪਹਿਲਾਂ ਤਾਂ ਮਾਪਦੰਡ ਹੀ ਇਹ ਹੈ। ਉਸ ਤੋਂ ਬਾਅਦ ਇਹ ਹੈ ਕਿ ਜੇ ਅਸੀਂ ਰੀਅਲ ਸਟੇਟ ਦੇ ਖੇਤਰ ਨੂੰ ਚੁਣਿਆ ਤਾਂ ਸਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਇੱਥੇ ਮਿਲੀਅਨ ਡਾਲਰਸ ਤਾਂ ਹਨ, ਪਰ ਉਹਨੂੰ ਅਸੀਂ ਇਉਂ ਸੋਚਣਾ ਹੈ ਕਿ ਜਿਹਨੂੰ ਪ੍ਰਾਪਰਟੀ ਲੈ ਕੇ ਦੇਣੀ ਹੈ, ਪਹਿਲਾਂ ਇਹ ਸੋਚਣਾ ਕਿ ਮੈਂ ਖੁਦ ਜੇ ਇਹ ਲਵਾਂ ਤੇ ਇਹ ਲੈਣ ਵਾਸਤੇ ਯੋਗ ਹੈ। ਪਹਿਲਾਂ ਆਪ ਉਹਨੂੰ मतलब उस कसौटी पे रख जिस कसौटी पे हमें परखते हैं नदीम, क्या नतीजा हो अगर आपको परखा जाए। सो पहला खुद नूं उस ते रखिए। फिर उस तो अगली जिहड़ी स्टेज ये है कि नॉलेज होवे, समझ भी होवे। अक्की पलाही इधर उधर हथ मारी जाने ते सवाल कोई पूछे जवाब कोई, कई बारी उही कह दिंदे भी हाँ जी एवें आ, वो दस दिओ कह दो नहीं पता बाद च मैं पुछ के दसांगा। ये भी एक ਚੰਗੇ ਰੈਲਟਰ ਦੇ ਗੁਣ ਨੇ, ਇਹ 'ਚ ਕੋਈ ਸ਼ਰਮਸ਼ਾਰ ਹੋਣ ਵਾਲੀ ਗੱਲ ਨਹੀਂ ਪਤਾ ਹੁੰਦਾ ਕਈ ਵਾਰੀ। ਫਿਰ ਅਗਲੀ ਗੱਲ ਇਹ ਹੈ ਕਿ ਤੁਸੀਂ ਜਿਹੜੀ ਪ੍ਰਾਪਰਟੀ ਲੈ ਕੇ ਦੇਣੀ ਹੈ ਇਹ ਗੱਲ ਪੱਕੀ ਹੋਵੇ ਕਿ ਇਹ ਜੇ ਤੁਹਾਨੂੰ ਹੀ ਵੇਚਣੀ ਦੁਬਾਰਾ ਪੈ ਜਾਏ ਵੇਚ ਦਿਓਗੇ, ਰੀਸੇਲ ਹੋ ਜੂ। ਕਿਉਂ ਤਾਂ ਨਹੀਂ ਇੱਕ ਵਾਰੀ ਇੱਕ ਬੰਦਾ ਜਿਹੜਾ ਹੈ ਆਇਆ ਤੇ ਮੁੜ ਕੇ ਉਹਨੂੰ ਕਿਸੇ ਨੇ ਭੰਡ ਲਾਈ ਤੇ ਦੂਜੇ ਤੇ ਧਰ ਕੇ ਆਪ ਤੁਰਦੇ ਬਣੇ, ਨਹੀਂ। ਫਿਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਵੀ ਰੈਲਟਰ ਇਸ ਫੀਲਡ 'ਚ ਆਉਂਦਾ ਹੈ ਇਹ ਸੋਚ ਕੇ ਆਏ ਕਿ ਲੰਮਾ ਸਫ਼ਰ ਹੈ, ਇਹਦੇ 'ਚ ਪਹਿਲਾਂ ਉਤਰਾਅ ਚੜ੍ਹਾਅ ਵੀ ਹੈ, ਫਿਰ ਹੌਲੀ ਹੌਲੀ ਮਤਲਬ ਤੁਸੀਂ ਮੰਜ਼ਿਲ 'ਤੇ ਪਹੁੰਚ ਸਕਦੇ ਹੋ। ਮੈਂ ਉਹ ਇੱਕ ਉਰਦੂ ਦਾ ਬੜਾ ਪਿਆਰਾ ਸ਼ੇਰ ਹੈ ਕਿ ਅਹਿਲੇ ਹਿੰਮਤ ਕੇ लिए दूर नहीं है मंजिल, कोई उठे तो सही मंजिल का इरादा लेकर। ਬਿਊਟੀਫੁਲ। ਗੁਰਵਿੰਦਰ ਧਾਲੀਵਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਆਏ। ਬਹੁਤ ਸਾਰੀਆਂ ਤਮਾਮ ਗੱਲਾਂ ਦੇ ਉੱਤੇ ਤੁਸੀਂ ਜਿਹੜਾ ਚਾਨਣਾ ਪਾਇਆ ਤੇ ਬੜੀਆਂ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਕਿ ਜਦੋਂ ਕਈ ਵਾਰੀ ਨਿਊ ਜਨਰੇਸ਼ਨ ਦੀ ਅਸੀਂ ਗੱਲ ਕਰ ਰਹੇ ਸੀਗੇ ਵੀ ਜਦੋਂ ਇਸ ਇੰਡਸਟਰੀ ਵੱਲ ਆਉਂਦਾ ਤਾਂ ਸੋਚਦੇ ਜਦੋਂ ਪੈਸੇ ਦੀ ਚਮਕ ਧਮਕ ਦਿਖਦੀ ਆਈ ਉਹਨੂੰ ਲੱਗਦਾ ਹਾਂ ਯਾਰ ਕੁਛ ਤਾਂ ਹੈ ਇਹਦੇ ਵਿੱਚ, ਜਾਣਾ ਚਾਹੀਦਾ। ਪਰ ਕਿਤੇ ਨਾ ਕਿਤੇ ਅੱਧੇ ਤੋਂ ਜ਼ਿਆਦਾ ਮੈਨੂੰ ਲੱਗਦਾ ਟੈਸਟ ਦੇਣ ਤੋਂ ਵੀ ਡਰ ਜਾਂਦੇ ਨੇ ਵੀ ਪਹਿਲਾਂ ਇਹਦੀ ਸਟੱਡੀ ਕਰੋ, ਫਿਰ ਉਹੀ ਜਿਹੜੀ ਗੱਲ ਤੁਸੀਂ ਕਹੀ ਸੀ ਵੀ ਇੰਨਾ ਸਮਾਂ ਉਹਨਾਂ ਨੂੰ ਇਹ ਵੀ ਇੱਧਰ ਨਹੀਂ ਅਸੀਂ ਲਾ ਸਕਦੇ। ਸੋ ਇਹਨਾਂ ਨੁਕਤਿਆਂ 'ਤੇ ਵਾਕਈ ਜੇ ਸੋਚਿਆ ਜਾਏ ਤਾਂ ਇੱਕ ਚੰਗਾ ਜਿਹੜਾ ਹੈ ਇਹ ਅਸੀਂ ਕਹਿ ਸਕਦੇ ਹਾਂ ਵੀ ਇੰਡਸਟਰੀ ਹੈ, ਚੰਗਾ ਇੱਕ ਪਲੇਟਫਾਰਮ ਹੈ ਜਿੱਥੇ ਕਾਮਯਾਬੀ ਮਿਲ ਸਕਦੀ ਹੈਗੀ ਹੈ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਜਿਸ ਤਰ੍ਹਾਂ ਤੁਸੀਂ ਮੀਡੀਆ ਰਾਹੀਂ ਵੀ ਜਾਣਕਾਰੀ ਦਿੰਦੇ ਹੋ, ਚੈਨਲ ਪੰਜਾਬੀ ਹੈ, ਮੈਂ ਖੁਦ ਸ਼ੁਕਰਗੁਜ਼ਾਰ ਹਾਂ ਕਿ ਇਸ ਮੁਕਾਮ ਤੇ ਪਹੁੰਚਣ ਲਈ ਬੜਾ ਵੱਡਾ ਸਹਿਯੋਗ ਹੈ ਇਸ ਚੈਨਲ ਦਾ। ਇੱਥੇ ਤੁਸੀਂ ਆਪਣੇ ਵਪਾਰਕ ਵਾਧੇ ਲਈ ਵੀ ਇਹ ਵੀ ਇੱਕ ਰੀਅਲ ਸਟੇਟ ਦਾ ਫੀਲਡ ਹੈ ਕਿ ਜਿਹੜੀ ਚੀਜ਼ ਦਿਖਦੀ ਹੈ ਉਹ ਵਿਕਦੀ ਹੈ। ਜੇ ਅਸੀਂ ਕਹੀਏ ਕਿ ਇੱਕ ਜੀ ਗਰੋਸਰੀ ਸਟੋਰ ਹੈ ਕਿਸ ਦਾ ਨਾਂ ਲੈਣ ਤੋਂ ਬਿਨਾਂ, ਉਹਦਾ ਤਾਂ ਕੰਮ ਚੱਲਦਾ, ਹੁਣ ਉਹ ਐਡਵਰਟਾਈਜ਼ਮੈਂਟ ਜਾਂ ਦੱਸਣਾ ਛੱਡ ਦੇਵੇ ਤਾਂ ਮਹੀਨੇ 2 ਮਹੀਨਿਆਂ ਬਾਅਦ ਉਹਦੀ ਥਾਂ ਕੋਈ ਹੋਰ ਲੈ ਲੈਂਦਾ। ਸੋ ਤੁਸੀਂ ਚਾਹੇ ਕਾਮਯਾਬ ਹੋ ਪਰ ਲੋਕਾਂ ਨੂੰ ਦੱਸੀ ਜਾਓ, ਸਾਹਮਣੇ ਆਉਂਦੇ ਜਾਂਦੇ ਤੁਹਾਡੀ ਤਸਵੀਰ ਹੋਵੇ, ਤੁਹਾਡੀ ਜਾਣਕਾਰੀ ਹੋਵੇ। ਸੋ ਇਹ ਵੀ ਜਿਹੜਾ ਹੈ ਚੈਨਲ ਪੰਜਾਬੀ ਦਾ ਜਿਹੜਾ ਮਾਧਿਅਮ ਹੈ ਬੜਾ ਇਸ ਨੇ ਸਹਿਯੋਗ ਦਿੱਤਾ। ਤੇ ਬਾਕੀ ਜਿਵੇਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਜਾਣਕਾਰੀ ਦਿੱਤੀ ਹੈ, ਮੈਨੂੰ ਪਤਾ ਹੈ ਕਿ ਇਹ ਬੇਸ਼ੱਕ ਚਲੋ ਇੱਕ ਮਾਣ ਵਾਲੀ ਗੱਲ ਹੈ ਬਤੌਰ ਨਿੱਜ ਦੇ ਤੌਰ ਤੇ ਮੇਰੇ ਵਾਸਤੇ ਕਿ ਇਹ ਸਤਿਕਾਰ ਮਿਲਿਆ ਤੇ ਤੁਸੀਂ ਅੱਜ ਸੱਦਿਆ, ਪਰ ਇਹ ਬਹੁਤ ਸਾਰੇ ਉਹਨਾਂ ਸਾਡੇ ਨੌਜਵਾਨ ਲੜਕੇ ਲੜਕੀਆਂ ਲਈ ਉਹਨਾਂ ਲਈ ਵੀ ਇੱਕ ਲਾਹੇਵੰਦ ਹੋਏਗਾ ਤੇ ਜਿਨ੍ਹਾਂ ਨੇ ਖਰੀਦਣਾ ਵੇਚਣਾ ਕੁਝ ਉਹਨਾਂ ਲਈ ਬਹੁਤ ਪੱਕੀ ਜਾਣਕਾਰੀ ਜਿਹੜੀ ਹੈ ਫਾਇਦੇਮੰਦ ਹੋਏਗੀ। ਬਿਲਕੁਲ, ਥੈਂਕ ਯੂ ਸੋ ਮਚ ਗੁਰਵਿੰਦਰ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਸਮੂਹ ਦਰਸ਼ਕਾਂ ਦਾ ਧੰਨਵਾਦ। ਸੋ ਗੁਰਵਿੰਦਰ ਧਾਲੀਵਾਲ ਜੀ, ਡਾਕਟਰ ਗੁਰਵਿੰਦਰ ਧਾਲੀਵਾਲ ਜੀ ਸਾਡੇ ਨਾਲ ਜੁੜੇ ਹੋਏ ਸੀ, ਜਿਹੜੇ ਕਿ ਪੱਤਰਕਾਰ ਤਾਂ ਹੈਗੇ ਨੇ, ਉਸ ਦੇ ਨਾਲ ਨਾਲ ਉਹਨਾਂ ਨੇ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਵੀ ਚੰਗਾ ਖਾਸਾ ਨਾਮ ਕਮਾਇਆ। ਬਹੁਤ ਸਾਰੇ ਨੁਕਤੇ ਨੇ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਇੰਟਰਵਿਊ ਦੇ ਵਿੱਚ ਉਹੀ ਚੀਜ਼ਾਂ ਜਿਹੜੀਆਂ ਨੇ ਡਿਸਕਸ ਕੀਤੀਆਂ ਗਈਆਂ। ਜਿਸ ਮੁਤਲਕ ਗੱਲ ਦੇ ਵਿੱਚ ਜ਼ਿਕਰ ਵੀ ਹੋਇਆ ਸੀਗਾ ਕਿ ਬਹੁਤ ਸਾਰੇ ਇਮੀਗ੍ਰੈਂਟਸ ਜਿਹੜੇ ਆਉਂਦੇ ਨੇ ਉਹ ਜਦੋਂ ਆਉਂਦੇ ਨੇ ਉਹਨਾਂ ਦੇ ਜ਼ਹਿਨ ਦੇ ਵਿੱਚ ਵੀ ਹੁੰਦਾ ਕਿ ਰੀਅਲ ਏਸਟੇਟ ਦੇ ਵਿੱਚ ਜਾਣਾ ਕੀ ਇੱਕ ਚੰਗਾ ਡਿਸੀਜ਼ਨ ਹੋਏਗਾ ਜਾਂ ਨਹੀਂ। ਤਾਂ ਵਾਕਈ ਇਸ ਚੀਜ਼ ਦੀ ਪੂਰੀ ਨੌਲੇਜ ਜਦੋਂ ਤੱਕ ਤੁਹਾਡੇ ਕੋਲ ਨਹੀਂ ਹੁੰਦੀ, ਅਧੂਰੀ ਨੌਲੇਜ ਦੇ ਨਾਲ ਹੀ ਸਾਨੂੰ ਉਹ ਚੀਜ਼ ਔਖੀ ਵੀ ਲੱਗਦੀ ਹੈ। ਸੋ ਪਹਿਲਾਂ ਉਸ ਚੀਜ਼ ਬਾਰੇ ਜਿਹੜੀ ਹੈ ਚੰਗੇ ਤਰੀਕੇ ਨਾਲ ਨੌਲੇਜ ਲਵੋ, ਉਹਦੇ ਬਾਰੇ ਜਾਣੋ, ਫਿਰ ਹੀ ਉਸ ਦੇ ਵਿੱਚ ਪੈਰ ਜਿਹੜਾ ਉਹ ਧਰੋ। ਔਰ ਕੱਲ ਦ ਮਾਰਨਿੰਗ ਸ਼ੋਅ ਦੇ ਵਿੱਚ ਜ਼ਰੂਰ ਜੁੜਿਓ ਕਿਉਂਕਿ ਕੱਲ ਅਸੀਂ ਇਮੀਗ੍ਰੇਸ਼ਨ ਬੈਕਲੌਗ ਦੇ ਉੱਤੇ ਗੱਲਾਂ ਕਰਾਂਗੇ। ਸਾਡੇ ਨਾਲ ਇਮੀਗ੍ਰੇਸ਼ਨ ਦੇ ਵੱਲੋਂ ਹੀ ਹੈ ਜਿਹੜਾ ਉਹ ਸ਼ਖਸ ਜੁੜਨਗੇ, ਉਸ ਗੈਸਟ ਦੇ ਨਾਲ ਅਸੀਂ ਤਮਾਮ ਗੱਲਾਂ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ ਤੇ ਕੀ ਨਵਾਂ ਆਉਣ ਵਾਲਾ ਹੈ। ਇਜਾਜ਼ਤ ਦਿਓ ਜੀ, ਕੱਲ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।